ਤੇ ਹਿੰਦੁਸਤਾਨ ਦੀ ਤੇ ਕਿਤੇ ਪਾਰਟੀਸ਼ਨ ਨਹੀਂ ਹੋਈ। ਬਿਲਕੁਲ ਝੂਠੀ ਗੱਲ ਹੈ ਕਿ ਪੰਜਾਬ ਦੀ ਧਰਤੀ ਦੀ ਵੰਡ ਕੀਤੀ ਗਈ ਹੈ, ਨਾ ਕਿ ਹਿੰਦੁਸਤਾਨ ਦੀ ਧਰਤੀ ਦੀ। ਜੇ ਮੁਸਲਮਾਨਾਂ ਨੂੰ ਵੱਖਰਾ ਦੇਸ਼ ਚਾਹੀਦਾ ਹੈ ਤੇ ਉਹ ਚਾਹੀਦਾ ਸੀ ਹੈਦਰਾਬਾਦ ਵਾਲੇ ਪਾਸੇ। ਵੰਡਿਆ ਸਿੱਖ ਰਾਜ ਗਿਆ ਹੈ, ਨਾ ਕਿ ਹਿੰਦੁਸਤਾਨ ਵੰਡਿਆ। ਕਿੰਨਾ ਹਾਈ ਪ੍ਰੋਫਾਈਲ ਡਰੱਗ ਆ, ਪੰਜਾਬ ਇੱਕ ਮੰਡੀ ਬਣਾ ਕੇ ਰੱਖ ਦਿੱਤਾ ਡਰੱਗ ਦੀ। ਇੱਥੇ ਨਸਲ ਪੈਦਾ ਹੀ ਨਾ ਹੋਣ ਦਿੱਤੀ ਜਾਵੇ। ਇਹ ਉਹ ਧਰਤੀ ਆ ਜਿਸ ਧਰਤੀ ਨੇ ਸ੍ਰੀ ਰਾਮਚੰਦਰ ਜੀ ਦੇ ਘੋੜੇ ਫੜੇ ਆ। ਅਬਦਾਲੀ ਦੀ ਅੰਸ਼ ਹੀ ਬੀਬੀ ਇੰਦਰਾ ਆ। 1984 1 ਜੂਨ ਤੱਕ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਨਾਂ ਤੇ ਇੱਕ ਵੀ FIR ਰਜਿਸਟਰਡ ਨਹੀਂ। ਅਬਦਾਲੀ ਅਫਗਾਨ ਤੋਂ ਤੁਰਿਆ ਹੈ। ਇਹ ਤੇ ਆਪਣੇ ਮੁਲਕ ਦੀ ਆਰਮੀ ਸੀ। ਰਾਜਨੀਤਿਕ ਮਨੁੱਖ ਕਿਸੇ ਦਾ ਸਕਾ ਨਹੀਂ। ਜਿਹੜੀ ਅੱਗ ਅੱਜ ਦੇ ਦਿਨ ਤੇ ਲਾਈ ਹੋਈ ਹੈ, ਇਹ ਰਾਜਨੀਤਿਕਾਂ ਦੀ ਲਾਈ ਹੈ। ਹਿੰਦੂ ਸਿੱਖ ਦੀ ਵਿਰੋਧਤਾ ਨਹੀਂ, ਵਿਰੋਧਤਾ ਰਾਜਨੀਤਿਕਾਂ ਦੀ। ਸਤਿ ਸ਼੍ਰੀ ਅਕਾਲ, ਮੈਂ ਤੁਹਾਡੇ ਨਾਲ ਕਮਲਦੀਪ ਕੌਰ। ਤਾਂ ਅਸੀਂ ਗੱਲ ਕਰ ਰਹੇ ਹਾਂ 1984 ਦੀ। 84 ਦੇ ਸਾਕਾ ਨੀਲਾ ਤਾਰਾ ਦੀ, ਜਿਸ ਦੌਰਾਨ ਬਹੁਤ ਸਾਰੇ ਸਿੱਖ ਸ਼ਹੀਦ ਹੋ ਗਏ ਸਨ। ਤਾਂ ਇਸੇ ਦੌਰਾਨ ਅਸੀਂ ਜਿਸ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ, ਉਹਨਾਂ ਦੀ ਕਥਾ ਅਕਸਰ ਤੁਸੀਂ ਮੰਜੀ ਸਾਹਿਬ ਦੀਵਾਨ ਹਾਲ ਦਰਬਾਰ ਸਾਹਿਬ ਤੋਂ ਅਕਸਰ ਹੀ ਸੁਣਦੇ ਹੋ। ਤਾਂ ਇਹ ਉਹੀ ਦਰਬਾਰ ਸਾਹਿਬ ਹੈ ਜਿੱਥੇ ਜੂਨ 1984 ਦੇ ਵਿੱਚ ਫੌਜੀ ਕਾਰਵਾਈ ਹੋਈ ਸੀ, ਜਿਸ ਦੌਰਾਨ ਸੈਂਕੜੇ ਸਿੱਖ ਜਿਹੜੇ ਨੇ ਸ਼ਹੀਦ ਹੋ ਗਏ ਸਨ। ਆਖਿਰ ਕਿਉਂ ਇਹ ਵਾਕਿਆ ਹੋਇਆ, ਕਿਉਂ ਕਾਰਨ ਬਣਿਆ, ਇਸ ਸੰਬੰਧੀ ਵੀ ਪੂਰੀ ਗੱਲਬਾਤ ਜਿਹੜੀ ਅਸੀਂ ਕਰਾਂਗੇ। ਸਾਡੇ ਨਾਲ ਭਾਈ ਨਵਤੇਜ ਸਿੰਘ ਦਮਦਮੀ ਟਕਸਾਲ ਹੈਗੇ ਨੇ। ਖਾਲਸਾ ਜੀ, ਬਹੁਤ ਬਹੁਤ ਸਵਾਗਤ ਹੈ ਜੀ, ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਇਹੀ ਸਿੰਘ ਸਾਹਿਬ ਸਵਾਲ ਹੈਗਾ, ਕਿਉਂ ਸਾਡੇ ਸਿੱਖਾਂ ਤੇ ਇੰਨਾ ਜ਼ੁਲਮ ਹੁੰਦਾ, ਹਾਲਾਂਕਿ ਜਦੋਂ ਜਦੋਂ ਭੀੜ ਪੈਂਦੀ ਹੈ ਤਾਂ ਸਾਡੀ ਸਿੱਖ ਕੌਮ ਵੱਧ ਚੜ ਕੇ ਕੁਰਬਾਨੀਆਂ ਦਿੰਦੀ ਹੈ। ਇਹ ਤਾਂ ਜੀ ਮੇਰੇ ਉਸਤਾਦ ਨੇ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ, ਤਾਂ ਮੈਂ ਉਹਨਾਂ ਨੂੰ ਇਹ ਸਵਾਲ ਕੀਤਾ ਸੀ ਜਿਹੜਾ ਤੁਸੀਂ ਸੇਮ ਬਿਲਕੁਲ ਜੀ। ਉਹਨਾਂ ਨੇ ਬੜਾ ਸੌਖਾ ਜਿਹਾ ਜਵਾਬ ਦਿੱਤਾ ਸੀ, ਮੈਂ ਸ਼ਾਇਦ ਸਮਝਦਾ ਬਹੁਤ ਯੋਗ ਆ। ਉਹਨਾਂ ਨੇ ਕਿਹਾ ਸੀ, ਪੁੱਤ ਜਿੱਥੇ ਦੀਵਾ ਜਗਦਾ ਹੋਵੇ ਨਾ, ਚੋਰ ਨੂੰ ਦੀਵੇ ਤੋਂ ਅਲਰਜੀ ਆ, ਤੇ ਚੋਰ ਹਰ ਇੱਕ ਯਤਨ ਕਰਦਾ ਆ ਉਹ ਦੀਵਾ ਬੁਝਾਉਣ ਦਾ। ਸਿੱਖ ਕੌਮ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਤੋਂ ਲੈ ਕਰਕੇ ਸੱਚ ਦੀ ਜੋਤ ਹੈ, ਤੇ ਸੱਚ ਦੀ ਜੋਤ ਝੂਠੀਆਂ ਸਰਕਾਰਾਂ ਨੂੰ ਕਦੀ ਜਗਦੀ ਚੰਗੀ ਨਹੀਂ ਲੱਗਦੀ। ਤੇ ਜਿੰਨੀਆਂ ਵੀ ਝੂਠ ਦੀਆਂ ਸਰਕਾਰਾਂ ਆਈਆਂ, ਉਹਨਾਂ ਨੇ ਇਸ ਜੋਤ ਨੂੰ ਬੁਝਾਉਣ ਦਾ ਯਤਨ ਕੀਤਾ। ਉਹਨੂੰ ਭਾਵੇਂ ਤੁਸੀਂ ਬਾਬਰ ਤੋਂ ਲੈ ਕੇ ਤੇ ਮੌਜੂਦਾ ਸਰਕਾਰਾਂ ਤੱਕ ਵੇਖ ਲਵੋ, ਹਕੀਕਤ ਇਹ ਹੈ, ਚੋਰ ਦਾ ਉਹਨਾਂ ਚਿਰ ਦਾਅ ਨਹੀਂ ਲੱਗ ਸਕਦਾ ਜਿੰਨਾ ਚਿਰ ਦੀਵਾ ਜਗਦਾ ਰਹੇ। ਸਰਕਾਰੀ ਦੇ ਵਿੱਚ ਵੀ ਦੀਵਾ ਬੁਝਾਉਣ ਦੀ ਕੋਸ਼ਿਸ਼ ਹੋਈ। ਉਹ ਤਾਂ ਵੇਖੋ ਜੀ, ਤੁਸੀਂ ਹਿੰਦੁਸਤਾਨ ਦੀ ਪਾਰਟੀਸ਼ਨ ਵੇਖੋ, ਤੇ ਹਿੰਦੁਸਤਾਨ ਦੀ ਤੇ ਕਿਤੇ ਪਾਰਟੀਸ਼ਨ ਨਹੀਂ ਹੋਈ। ਬਿਲਕੁਲ ਝੂਠੀ ਗੱਲ ਹੈ। ਜਿਹੜਾ ਹਿਸਟਰੀ ਨੂੰ ਪੜ੍ਹਨ ਵਾਲਾ ਹੋਵੇਗਾ, ਜਿਹੜਾ ਭੂਗੋਲਿਕ ਸਥਿਤੀ ਨੂੰ ਜਿਹਨੇ ਪੜ੍ਹਿਆ ਹੋਵੇਗਾ, ਤੁਸੀਂ ਵੇਖੋਗੇ ਕਿ ਪੰਜਾਬ ਦੀ ਧਰਤੀ ਦੀ ਵੰਡ ਕੀਤੀ ਗਈ ਹੈ, ਨਾ ਕਿ ਹਿੰਦੁਸਤਾਨ ਦੀ ਧਰਤੀ ਦੀ ਵੰਡ। ਜੇ ਉਸ ਸਮੇਂ ਵੇਖਿਆ ਜਾਵੇ ਤੇ ਮੁਸਲਮਾਨਾਂ ਦਾ ਜਿਹੜਾ ਵੱਧ ਪ੍ਰਭਾਵ ਆ, ਉਹ ਤਾਂ ਹੈ ਜੀ ਹੈਦਰਾਬਾਦ ਦੇ ਏਰੀਏ 'ਚ। ਜੇ ਮੁਸਲਮਾਨਾਂ ਨੂੰ ਵੱਖਰਾ ਦੇਸ਼ ਚਾਹੀਦਾ ਹੈ ਤੇ ਉਹ ਚਾਹੀਦਾ ਸੀ ਹੈਦਰਾਬਾਦ ਵਾਲੇ ਪਾਸੇ ਤੇ। ਵੰਡਿਆ ਸਿੱਖ ਰਾਜ ਗਿਆ ਹੈ, ਨਾ ਕਿ ਹਿੰਦੁਸਤਾਨ ਵੰਡਿਆ ਗਿਆ। ਇਸ ਕਰਕੇ ਇਹ ਉਹੀ ਫੇਰ ਗੱਲ ਆ ਜਾਂਦੀ ਹੈ ਵੀ ਯਤਨ ਇੱਕੋ ਹੀ ਹੈ, ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਪਾੜਿਆ ਜਾਵੇ, ਇਹਨਾਂ ਨੂੰ ਕਿਸ ਤਰੀਕੇ ਨਾਲ ਖਤਮ ਕੀਤਾ ਜਾਵੇ। ਜਿੰਨਾ ਚਿਰ ਇਹ ਰਹਿਣਗੇ, ਉਹਨਾਂ ਚਿਰ ਇਹ ਸੱਚ ਦੀ ਆਵਾਜ਼ ਬੁਲੰਦ ਕਰਦੇ ਰਹਿਣਗੇ। ਹੁਣ ਵੀ ਕੋਸ਼ਿਸ਼ਾਂ ਹੋ ਰਹੀਆਂ ਨੇ। ਹੁਣ ਤਾਂ ਬਹੁਤ ਤੇਜ਼ੀ ਨਾਲ, ਬੜੀਆਂ ਜ਼ਿਆਦਾ, ਬੜੇ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਨੇ। ਤੁਸੀਂ 1984 ਦੀ ਗੱਲ ਕਰ ਰਹੇ ਹੋ, ਤੇ ਹਿੰਦੁਸਤਾਨ ਦੀ ਸਰਕਾਰ ਨੇ ਸਾਰਾ ਜ਼ੋਰ ਲਾ ਦਿੱਤਾ ਕਿ ਅੱਜ ਤੋਂ ਬਾਅਦ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਜਾਵੇਗਾ। ਤੁਸੀਂ ਸਭ ਨਾਲੋਂ ਵੱਡਾ ਬਾਰਡਰ ਪਾਕਿਸਤਾਨ ਦਾ ਰਾਜਸਥਾਨ ਨਾਲ ਲੱਗਦਾ। ਸਭ ਨਾਲੋਂ ਵੱਧ ਅਫੀਮ ਦੀ ਖੇਤੀ ਰਾਜਸਥਾਨ 'ਚ ਹੁੰਦੀ ਆ, ਪਰ ਉੱਥੇ ਸਮੈਕ ਹੈ ਨਹੀਂ।
ਉੱਥੇ ਕੋਈ ਹਾਈ ਪ੍ਰੋਫਾਈਲ ਡਰੱਗ ਨਹੀਂ ਹੈ, ਠੀਕ ਹੈ। ਈਵਨ ਉੱਥੋਂ ਤੱਕ ਕਈ ਉੱਥੇ ਉਹ ਸਟੇਟ ਨੇ ਕਈਆਂ ਨਸ਼ਿਆਂ ਤੇ ਰੋਕ ਲਾਈ ਹੈ। ਹਾਂਜੀ, ਉਹ ਸਾਰਾ ਇੰਨਾ ਹਾਈ ਪ੍ਰੋਫਾਈਲ ਡਰੱਗ ਆ, ਪੰਜਾਬ ਇੱਕ ਮੰਡੀ ਬਣਾ ਕੇ ਰੱਖ ਦਿੱਤਾ ਡਰੱਗ ਦੀ। ਇਹ ਉਹਨਾਂ ਯਤਨਾਂ ਚੋਂ ਇੱਕ ਯਤਨ ਆ ਵੀ ਇੱਥੇ ਨਸਲ ਪੈਦਾ ਹੀ ਨਾ ਹੋਣ ਦਿੱਤੀ ਜਾਵੇ। ਕਿਉਂ? ਦੁਨੀਆ ਦੀ ਵਾਹਦ ਇੱਕ ਧਰਤੀ ਹੈ ਪੰਜਾਬ, ਜਿੱਥੋਂ ਸਮੇਂ-ਸਮੇਂ ਤੇ ਬਾਗੀ ਰੂਹਾਂ ਨੇ ਜਨਮ ਲਿਆ, ਜਿਨ੍ਹਾਂ ਸਰਕਾਰ ਦੇ ਖਿਲਾਫ ਝੰਡਾ ਬੁਲੰਦ ਕੀਤਾ, ਤੇ ਦੁਨੀਆ ਦੀ ਇਹੋ ਹੀ ਧਰਤੀ ਹੈ ਜਿਸ ਨੂੰ ਦਬਾਉਣ ਦਾ ਹਰ ਕਿਸੇ ਨੇ ਯਤਨ ਕੀਤਾ, ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਤੋਂ ਪਹਿਲਾਂ ਵੀ। ਤੇ ਦੁਨੀਆ ਦੀ ਇਹੋ ਹੀ ਇੱਕ ਧਰਤੀ ਹੈ ਜਿਹਨੇ ਕਦੀ ਕਿਸੇ ਦੀ ਗੁਲਾਮੀ ਪ੍ਰਵਾਨ ਹੀ ਨਹੀਂ ਕੀਤੀ। ਪੋਰਸ ਦਾ ਇਤਿਹਾਸ ਪੜ੍ਹ ਲਓ, ਹੁਣ ਤਾਂ ਕਿਤਾਬ 'ਚ ਲਿਖਣ ਵਾਲਿਆਂ ਨੇ ਵੀ ਲਿਖਤਾ ਵੀ ਪੋਰਸ ਕੋਲੋਂ ਸਿਕੰਦਰ ਹਾਰ ਕੇ ਮੁੜਿਆ, ਕਿਉਂਕਿ ਜਿੱਤਿਆ ਹੋਇਆ ਮਨੁੱਖ ਬਿਮਾਰ ਘਰ ਨੂੰ ਨਹੀਂ ਜਾਂਦਾ, ਇਲਾਜ ਕਰਾ ਕੇ ਜਾਂਦਾ। ਇਹ ਉਹ ਧਰਤੀ ਹੈ ਜਿਸ ਨੇ ਕਦੀ ਬਗਾਨੇ ਕਿਸੇ ਦਾ ਰਾਜ ਪ੍ਰਵਾਨ ਹੀ ਨਹੀਂ ਕੀਤਾ। ਇਹ ਉਹ ਧਰਤੀ ਆ ਜਿਸ ਧਰਤੀ ਨੇ ਸ੍ਰੀ ਰਾਮਚੰਦਰ ਜੀ ਦੇ ਘੋੜੇ ਫੜੇ ਆ। ਸ੍ਰੀ ਰਾਮਚੰਦਰ ਦੇ ਘੋੜੇ ਨੂੰ ਇਸ ਧਰਤੀ ਦੇ ਉੱਤੇ ਜਿੱਥੇ ਤੁਸੀਂ ਬੈਠੇ ਜੇ ਨਾ, ਇਸ ਅੰਮ੍ਰਿਤਸਰ ਦੀ ਧਰਤੀ ਤੇ ਲਵ ਕੁਸ਼ ਨੇ ਫੜਿਆ ਆ। ਇਸ ਧਰਤੀ, ਇਸ ਵਾਤਾਵਰਨ ਦੇ ਵਿੱਚ ਤੁਹਾਨੂੰ ਆਜ਼ਾਦ ਖਿਆਲ, ਆਜ਼ਾਦ ਸੋਚ, ਹੱਥੀਂ ਕਿਰਤ ਕਰਕੇ, ਨਾਮ ਜਪ ਕੇ, ਦਾਨ ਕਰਕੇ ਜੀਵਨ ਬਤੀਤ ਕਰਨ ਦਾ ਜਜ਼ਬਾ ਮਿਲੇਗਾ। ਇਹ ਉਹ ਧਰਤੀ, ਇੱਥੇ ਸੁਭਾਵਕ ਤੁਸੀਂ ਸਿੱਖਾਂ ਦੇ ਪਰਿਵਾਰ ਚੋਂ ਜੇ, ਮੈਂ ਤੁਹਾਨੂੰ ਨਹੀਂ ਕਹਿੰਦਾ, ਤੁਸੀਂ ਜਿਹੜਾ ਨੌਨ ਸਿੱਖ ਹੈ, ਜਿਹਦਾ ਸਿੱਖੀ ਨਾਲ ਨੇੜੇ ਤੇੜੇ ਦਾ ਵਾਸਤਾ ਕੁਝ ਨਾ ਹੋਵੇ, ਤੁਸੀਂ ਉਹਨੂੰ ਇਸ ਧਰਤੀ ਤੇ ਲਿਆ ਕੇ ਰਹਿਣ ਲਈ ਛੱਡ ਦੇਵੋ। ਹਿੰਦੁਸਤਾਨ ਦੀ ਨਹੀਂ, ਦੁਨੀਆ ਦੀ ਕਿਸੇ ਸਰਕਾਰ ਲਈ ਵੀ ਉਹਨੂੰ ਬਾਗੀ ਕਹਿਣਾ ਕੋਈ ਔਖਾ ਨਹੀਂ ਹੋਵੇਗਾ, ਕਿਉਂਕਿ ਉਹਦੀ ਜ਼ੁਬਾਨ ਤੇ ਸੁਭਾਵਕ ਸੱਚ ਬੋਲਣ ਦਾ ਜਿਹੜਾ ਫਲਸਫਾ ਹੈ ਇਸ ਔਰੇ ਵਿੱਚ ਹੈ। ਇਹ ਔਰਾ ਹੀ ਇਸ ਤਰ੍ਹਾਂ ਦਾ ਹੈ, ਇਹਦੇ ਖੂਨ ਦੇ ਵਿੱਚ ਮਰਦਾਊਪੁਣਾ। ਸਾਨੂੰ ਲੋਕ ਆਮ ਤੌਰ ਤੇ ਤੁਹਾਨੂੰ ਇਹ ਕਹਿੰਦੇ ਸੁਣਦੇ ਮਿਲਦੇ ਹੋਣਗੇ ਵੀ ਸਿੱਖ ਜਜ਼ਬਾਤੀ ਨੇ। ਸਿੱਖ ਜਜ਼ਬਾਤੀ ਨਹੀਂ, ਸਿੱਖ ਧਰਮੀ ਹੈ। ਇਹ ਵੀ ਸਿੱਖਾਂ ਨੂੰ ਇੱਕ ਨਵਾਂ ਪੌਲਿਸ਼ ਕੀਤਾ ਸ਼ਬਦ ਲੱਭਿਆ ਵੀ ਸਿੱਖ ਨੂੰ ਜਜ਼ਬਾਤੀ ਕਹੋ ਜੀ। ਇਹ ਜਜ਼ਬਾਤੀ ਹੋ ਕੇ ਫੈਸਲੇ ਕਰਦੇ ਨਹੀਂ। ਸਿੱਖ ਧਾਰਮਿਕ ਤੇ ਧਰਮ ਦੀ ਨੀਂਹ ਦੇ ਉੱਤੇ ਫੈਸਲਾ ਕਰਦਾ ਹੈ। ਜਿਵੇਂ ਆਮ ਤੌਰ ਤੇ ਗੱਲ ਕਹਿ ਦਿੱਤੀ ਜਾਂਦੀ ਹੈ ਜੀ, ਇਹ ਸਿੱਖਾਂ ਨੇ ਨਾ ਜੀ ਜਕਾਰੇ ਛੱਡ ਕੇ ਤੁਰ ਪੈਂਦੇ ਆ, ਸੋਚਦੇ ਕੁਝ ਨਹੀਂ। ਤੇ ਮੈਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਇਤਿਹਾਸਕ ਘਟਨਾ ਚੇਤੇ ਆ ਗਈ। ਇੱਕ ਹਿੰਦੂ ਭਰਾ ਨੇ ਆਣ ਕਰਕੇ ਤੇ ਸਿੱਖਾਂ ਦੇ ਪਾਸ ਬੇਨਤੀ ਕੀਤੀ ਕਿ ਕਸੂਰ ਦਾ ਹਾਕਮ ਮੇਰੀ ਘਰ ਵਾਲੀ ਨੂੰ ਚੁੱਕ ਕੇ ਲੈ ਗਿਆ। ਬੜੀ ਲੰਮੀ ਕਥਾ। ਉਹਨੂੰ ਪੁੱਛਿਆ ਗਿਆ ਕਿੰਨੇ ਹੋ ਤੁਸੀਂ? ਦੱਸਿਆ ਸੀ 70-72 ਸਾਂ। ਤੇ ਉਹ ਕਿੰਨੇ ਸੀ? ਕਹਿੰਦੇ ਉਹ 6 ਜਾਣੇ ਹੀ ਪੁਰਸ਼ਿਆਂ ਵਰਗੇ ਜਵਾਨ। ਉਹ ਸਾਡੀ ਘਰ ਵਾਲੀ ਮੇਰੀ ਧਰਮ ਪਤਨੀ ਖੋਹ ਕੇ ਲੈ ਗਏ ਨੇ। ਤੇ ਕੌਮ ਦੇ ਜਥੇਦਾਰ ਨੇ ਇਸੇ ਹੀ ਧਰਤੀ ਦਾ ਨਗਰ ਹੈ ਪੰਜਵਾੜ ਦੀ ਧਰਤੀ ਦਾ ਸਰਦਾਰ ਹਰੀ ਸਿੰਘ ਭੰਗੀ, ਜਿਨ੍ਹਾਂ ਨੂੰ ਕਰਕੇ ਕੌਮ ਜਾਣਦੀ ਹੈ, ਉਹ ਕੌਮ ਦਾ ਜਥੇਦਾਰ ਹੈ। ਕੌਮ ਦੇ ਜਥੇਦਾਰ ਨੇ ਰੋਟੀ ਦੀ ਗਰਾਹੀ ਥੱਲੇ ਰੱਖੀ। ਕਹਿਣ ਲੱਗਾ ਖਾਲਸਾ ਜੀ ਬੇਨਤੀ ਹੈ, ਚਲੋ ਪਹਿਲਾਂ ਇਸ ਆਏ ਦੁਖਿਆਰੇ ਦੀ ਗੁਰੂ ਪੰਥ ਤੇ ਗੁਰੂ ਗ੍ਰੰਥ ਦਾ ਸਿਧਾਂਤ ਕੀ ਆ? ਜੋ ਸ਼ਰਨ ਆਵੇ ਤੇ ਸਕੰਠ ਲਾਵੇ ਇਹ ਬਿਰਧ ਸੁਆਮੀ ਸੰਦਾ। ਮੇਰੇ ਗੁਰਦੇਵ ਜੀ ਨੇ ਕੇਵਲ ਬਚਨਾਂ ਵਿੱਚ ਨਹੀਂ ਕਿਹਾ ਖਾਲਸਾ ਮੇਰਾ ਰੂਪ ਹੈ ਖਾਸ। ਇਹ ਦੁਨੀਆ ਦੇ ਨਵਾਂ ਇਨਕਲਾਬ ਸੀ। ਇੱਥੇ ਤੇ ਬੜੇ ਇਨਕਲਾਬੀ ਯੋਧੇ ਬਣੇ ਫਿਰਦੇ। ਇਨਕਲਾਬ ਇਹ ਹੈ ਕਿ ਕਿਸੇ ਪੀਰ ਨੇ ਆਣ ਕੇ, ਕਿਸੇ ਪਰਮੇਸ਼ਰ ਦੀ ਜੋਤ ਨੇ ਆਣ ਕੇ ਆਮ ਮਨੁੱਖਾਂ ਨੂੰ ਆਖਿਆ ਹੋਵੇ ਮੇਰੇ ਵਰਗੇ ਨੇ, ਇਹ ਮੇਰੇ ਹੀ ਵਰਗੇ ਨੇ, ਇਹਨਾਂ 'ਚ ਤੇ ਮੇਰੇ 'ਚ ਸ਼ਕਤੀ 'ਚ ਕੋਈ ਫਰਕ ਨਹੀਂ। ਇਹ ਇਨਕਲਾਬ ਸੀ। ਉਸ ਇਨਕਲਾਬ ਦੀ ਦੇਣ ਹੈ। ਕੋਈ ਪਰਮੇਸ਼ਰ ਅੱਗੇ ਅਰਦਾਸ ਕਰਦਾ ਹੈ ਤੇ ਪਰਮੇਸ਼ਰ ਸਮਾਂ ਨਹੀਂ ਪਾਉਂਦਾ ਵੀ ਤੇਰਾ ਇੰਨੇ ਦਿਨਾਂ ਨੂੰ ਤੇਰਾ ਮਸਲਾ ਹੱਲ ਹੋ ਜਾਊਗਾ। ਨਹੀਂ, ਉਸੇ ਸਮੇਂ ਹੁੰਦਾ ਜਿਹਨੂੰ ਆਪਾਂ ਪੜ੍ਹਦੇ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਉਹ ਅਰਦਾਸ ਸੀ ਉਸ ਦਖਿਆਰੇ ਪੰਡਤ ਦੀ। ਤੇ ਪਰਮੇਸ਼ਰ ਰੂਪ ਖਾਲਸੇ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਸਰੂਪ ਖਾਲਸੇ ਨੇ ਤਤ ਛਿਨ ਰੋਟੀ ਦੀ ਗਰਾਹੀ ਥੱਲੇ ਰੱਖ ਕੇ ਆਖਿਆ ਖਾਲਸਾ ਜੀ ਚਲੋ ਪਹਿਲਾਂ ਇਹਦੀ ਧਰਮ ਪਤਨੀ ਛਡਾ ਕੇ ਲੈ ਗਏ।
ਤੇ ਜਦੋਂ ਖਾਲਸਾ ਤੁਰ ਪਿਆ ਨਾ, ਜਿਹਨੂੰ ਅੱਜ ਕੱਲ੍ਹ ਕਹਿੰਦੇ ਜਕਾਰੇ ਛੱਡ ਕੇ ਜਜ਼ਬਾਤੀ ਹੋ ਕੇ ਤੁਰ ਪੈਂਦੇ ਨਹੀਂ, ਤੇ ਰਾਹ 'ਚ ਤੁਰੇ ਜਾਂਦੇ ਆ ਇੱਕ ਸਿੰਘ ਨੇ ਸਵਾਲ ਕਰ ਦਿੱਤਾ, ਕਹਿੰਦਾ ਜਥੇਦਾਰ ਜੀ ਜਕਾਰੇ ਛੱਡ ਕੇ ਆਪਾਂ ਤੁਰਤੇ ਪਏ ਆ ਤੇ ਕਸੂਰ ਤੇ ਅਜੇ ਤੱਕ ਜਿੱਤਿਆ ਕਿਸੇ ਨੇ ਨਹੀਂ। ਤੇ ਜਿਹੜਾ ਸਰਦਾਰ ਨੇ ਬਚਨ ਕਿਹਾ ਸੀ ਹਰ ਇੱਕ ਸਿੱਖ ਦੇ ਹਿਰਦੇ 'ਚ ਉਕਰ ਜਾਣਾ ਚਾਹੀਦਾ। ਸਰਦਾਰ ਨੇ ਬਚਨ ਕੀਤੇ ਸੀ ਜਦੋਂ ਸਿੰਘ ਅਰਦਾਸ ਕਰਕੇ ਤੁਰਦਾ ਨਾ, ਉਸ ਸਮੇਂ ਸਾਹਿਬ ਬਾਬਾ ਅਜੀਤ ਸਿੰਘ ਤੇ ਸਾਹਿਬ ਬਾਬਾ ਜੁਝਾਰ ਸਿੰਘ ਉਸ ਦਲ ਦੀ, ਉਸ ਪੰਥ ਦੀ ਅਗਵਾਈ ਕਰਦੇ ਨੇ। ਕਦੀ ਖਾਲਸੇ ਦੀ ਹਾਰ ਹੋ ਹੀ ਨਹੀਂ ਸਕਦੀ, ਤੇ ਜਿਹੜਾ ਕਸੂਰ ਕਦੀ ਨਹੀਂ ਸੀ ਜਿੱਤਿਆ ਗਿਆ ਉਹ ਖਾਲਸੇ ਨੇ ਜਿੱਤਿਆ। ਤੇ ਉਸ ਪੰਡਤ ਦੀ ਧਰਮ ਪਤਨੀ ਲਿਆ ਕੇ ਤੇ ਉਹਦੇ ਘਰ ਵਸਾਈ। ਇਹ ਸਾਡਾ ਇਤਿਹਾਸ ਹੈ। ਇਸ ਜਜ਼ਬਾ ਸਾਨੂੰ ਇਸ ਕੌਮ ਚੋਂ ਮਿਲਦਾ, ਅਸੀਂ ਇਹ ਹਾਂ। ਫਿਰ ਇੱਥੇ ਮੈਂ ਇੱਕ ਹੋਰ ਕਹਿ ਦੇਵਾਂ, ਇਹ ਚੋਂ ਕਈ ਇਹ ਸਵਾਲ ਪੈਦਾ ਕਰ ਸਕਦੇ ਨੇ ਜੀ, ਇਹ ਤਾਂ ਅਸੀਂ ਵੀ ਕਹਿੰਦੇ ਹਾਂ ਜੀ ਸਿੱਖ ਜਿਹੜੇ ਨੇ ਉਹ ਹਿੰਦੂਆਂ ਦੀ ਰੱਖਿਆ ਲਈ ਬਣਾਈ ਗਈ ਕੌਮ ਹੈ। ਨਹੀਂ, ਖਾਲਸਾ ਪੰਥ ਮੇਰੇ ਗੁਰਦੇਵ ਜੀ ਬਿਲਕੁਲ ਕਲੀਅਰ ਸ਼ਬਦਾਂ 'ਚ ਕਹਿ ਗਏ ਨੇ ਕਿ ਸੰਤਾਂ ਦੇ ਉਭਾਰ ਵਾਸਤੇ ਆ ਤੇ ਦੁਸ਼ਟਾਂ ਨੂੰ ਮਾਰਨ ਵਾਸਤੇ ਆ। ਠੀਕ ਹੈ ਜੀ। ਖਾਲਸਾ ਪਰਮੇਸ਼ਰ ਦੀ ਮੌਜ ਪੈਦਾ ਹੋਇਆ ਹੈ। ਸੰਤਨ ਉਭਾਰਨੇ ਕੋ ਦੁਰਜਨ ਕੇ ਮਾਰਨੇ ਕੋ। ਸੰਤਾਂ ਦੇ ਉਭਾਰ ਵਾਸਤੇ ਸੰਤ ਰੂਹ ਕਿਸੇ ਘਰ ਵੀ ਜੰਮ ਸਕਦੀ ਹੈ, ਉਹਦਾ ਧਰਮ ਨਾਲ ਕੋਈ ਸੰਬੰਧ ਨਹੀਂ ਹੁੰਦਾ। ਸਿੱਖਾਂ ਦੇ ਘਰ ਵੀ ਜ਼ਾਲਮ ਪੈਦਾ ਹੋ ਸਕਦਾ ਹੈ, ਤੇ ਹਿੰਦੂ ਮੁਸਲਮਾਨਾਂ ਈਸਾਈਆਂ ਦੇ ਘਰ ਵੀ ਸੰਤ ਪੈਦਾ ਹੋ ਸਕਦਾ ਹੈ। ਜਿੱਥੇ ਸੰਤ ਨੂੰ ਕੋਈ ਦੱਬਣ ਦਾ ਯਤਨ ਕਰੇਗਾ ਉੱਥੇ ਖਾਲਸਾ ਖਲੋਤਾ ਹੋਵੇਗਾ। ਉਹ ਕਿਸੇ ਜਾਤ ਤੇ ਕੌਮ ਨਾਲ ਸੰਬੰਧ ਰੱਖਦਾ ਹੋਵੇ, ਇਹ ਗੱਲ ਦਾ ਕੋਈ ਫਰਕ ਨਹੀਂ। ਵਿਤਕਰਾ ਫਿਰ ਕਿਉਂ ਖਾਲਸਾ ਜੀ? ਗੁਰੂ ਤੇਗ ਬਹਾਦਰ ਜੀ ਦੀ ਗੱਲ ਕਰ ਰਹੇ, ਹਿੰਦ ਲਈ ਸ਼ਹਾਦਤ ਦਿੱਤੀ, ਫਿਰ ਵੀ ਕਿਉਂ ਵਿਤਕਰਾ? ਇਹ ਵਿਤਕਰਾ ਕਈਆਂ ਲੋਕਾਂ ਦੇ ਖੂਨ 'ਚ ਹੈ। ਮੈਂ ਜਿਵੇਂ ਕਿਹਾ ਪਹਿਲਾਂ ਦੱਸਿਆ, ਸਾਡੇ ਖੂਨ 'ਚ ਸਾਡੇ ਗੁਰਦੇਵ ਨੇ ਕਰਮ ਭਰਿਆ, ਤੇ ਕਈਆਂ ਦੇ ਖੂਨ 'ਚ ਹੀ ਇਹ ਚੀਜ਼ ਹੈ ਅਕਿਰਤ ਕਣਤਾ। ਅਕਿਰਤ ਕਣ ਉਹਨੂੰ ਕਹਿੰਦੇ ਨੇ, ਕੀਆ ਨਾ ਜਾਣੇ ਅਕਿਰਤ ਕਣ। ਜਿਹੜਾ ਤੁਹਾਡੇ ਕੀਤੇ ਹੋਏ ਪਰਉਪਕਾਰ ਨੂੰ ਜਾਣਦਾ ਨਾ ਹੋਵੇ, ਚੇਤੇ ਨਾ ਰੱਖੇ, ਉਹਨੂੰ ਕਿਰਤ ਕਣ ਕਹਿੰਦੇ ਨੇ। ਤੇ ਕਿਰਤ ਕਣ ਦੀ ਤੇ ਏਡੀ ਵੱਡੀ ਕਥਾ ਭਾਈ ਗੁਰਦਾਸ ਜੀ ਨੇ ਲਿਖ ਦਿੱਤੀ। ਸਮਾਂ ਨਹੀਂ ਆਪਣੇ ਪਾਸ, ਉਹਨਾਂ ਤੇ ਇੱਥੋਂ ਤੱਕ ਲਿਖ ਦਿੱਤਾ ਵੀ ਸ਼ਰਾਬ 'ਚ ਰਿੱਧੇ ਹੋਏ ਕੁੱਤੇ ਦੇ ਮਾਸ ਦੇ ਉੱਤੇ ਵੀ ਅਕਿਰਤ ਕਣ ਦੀ ਨਿਗਾਹ ਪੈ ਜਾਵੇ ਤੇ ਉਹ ਵੀ ਕਿਸੇ ਕੰਮ ਦਾ ਨਹੀਂ ਰਹਿੰਦਾ। ਇਹ ਅਕਿਰਤ ਕਣਤਾ, ਵਿਤਕਰਾ ਨਹੀਂ, ਅਕਿਰਤ ਕਣਤਾ। ਇਹੋ ਜੀ ਏਡੀ ਵੱਡੀ ਅਕਿਰਤ ਕਣਤਾ ਹੈ ਵੀ ਉਸ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਡੇ ਨਾਲ ਵਿਤਕਰਾ ਤੇ ਕੀ, ਇਹ ਤੇ ਬੜੀ ਪਾਸੇ ਦੀ ਗੱਲ ਹੈ। ਉਸ ਗੁਰਦੇਵ ਦੇ ਸ਼ਹੀਦੀ ਦਿਹਾੜੇ ਤੇ ਹਿੰਦੁਸਤਾਨ ਦੇ ਚੈਨਲਾਂ ਤੇ ਤੁਸੀਂ ਇਹ ਕਹਿੰਦੇ ਕਿਸੇ ਨੂੰ ਨਹੀਂ ਸੁਣਿਆ ਹੋਵੇਗਾ ਕਿ ਅੱਜ ਹਿੰਦੁਸਤਾਨ ਦੇ ਸਾਂਝੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੈ। ਪ੍ਰਕਾਸ਼ ਪੁਰਬ ਛੱਡ ਦਵੋ, ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਵੀ ਕਿਸੇ ਹਿੰਦੁਸਤਾਨ ਦੇ ਨਿਊਜ਼ ਚੈਨਲ ਤੇ ਇਹ ਖਬਰ ਨਹੀਂ ਆਵੇਗੀ। ਖਬਰ ਆਵੇਗੀ ਅੱਜ ਸਿੱਖਾਂ ਦੇ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਹੈ, ਤੇ ਦੂਜੇ ਪਾਸੇ ਕਹਿੰਦੇ ਵੀ ਸਿੱਖ ਹਿੰਦੂ ਇੱਕੋ ਨੇ। ਬਿਲਕੁਲ ਟੰਕਾਉਚਲੇ ਤੇ ਝੂਠ ਹੈ, ਵਿਤਕਰਾ ਨਹੀਂ। ਇਹ ਬੁੱਧੀ ਦੀ ਮਾੜੀ ਸੋਚ ਹੈ। ਇਹ ਜਿਹੜਾ ਬੁੱਧੀ 'ਚ ਕੀੜਾ ਪਿਆ ਨਾ ਕਿ ਗਰਵ ਸੇ ਕਹੋ ਹਮ ਹਿੰਦੂ ਹਾਂ, ਹਿੰਦੂ ਰਾਸ਼ਟਰ, ਇਸ ਕੀੜੇ ਨੇ ਇਸ ਹਿੰਦੁਸਤਾਨ ਦੀ ਭੂਗੋਲਿਕ ਸਥਿਤੀ, ਸਮਾਂ ਦੂਰ ਨਹੀਂ ਹੈ, ਗੁਰੂ ਕਿਰਪਾ ਰੱਖੇ। ਜੇ ਇੱਥੇ ਔਰੰਗਜ਼ੇਬ ਵਰਗਿਆਂ ਦਾ ਏਡੇ ਏਡੇ ਵੱਡੇ ਰਾਜ ਖਤਮ ਹੋ ਗਏ ਸੰਤਾਂ ਦਾ ਵਿਰੋਧ ਕਰਨੇ ਤੇ। ਔਰੰਗਜ਼ੇਬ ਨੇ ਸੰਤਾਂ ਦਾ ਵਿਰੋਧ ਕੀਤਾ, ਪਰਮੇਸ਼ਰ ਦੇ ਪਿਆਰਿਆਂ ਦਾ, ਤਾਂ ਰਾਜ ਖਤਮ ਹੋਇਆ। ਜਿਹੜੇ ਦੁਰਯੋਧਨ, ਆਪਾਂ ਕਥਾ ਪੜ੍ਹਦੇ ਹਾਂ, ਇਸ ਧਰਤੀ ਦੀ ਕਥਾ ਹੈ। ਦੁਰਯੋਧਨ ਵਰਗਿਆਂ ਦਾ ਏਡਾ ਵੱਡਾ ਰਾਜ ਖਤਮ ਹੋ ਸਕਦਾ ਹੈ ਆਪਣੇ ਭਰਾਵਾਂ ਨਾਲ ਧਰੋਹ ਕਰਨੇ ਤੇ ਇੱਕ ਜ਼ਬਾਨ ਨਾਲ ਭਰਾ ਕਹੋ, ਦੂਜੀ ਜ਼ਬਾਨ ਨਾਲ ਧਰੋਹ ਕਰੀ ਜਾਵੋ, ਤੇ ਕੀ ਇਹ ਰਾਜ ਸਲਾਮਤ ਰਹਿ ਜਾਣਗੇ? ਨਹੀਂ ਰਹਿੰਦੇ। ਅੱਜ ਆਪਾਂ ਖਾਲਸਾ 84 ਦੀ ਗੱਲ ਕਰ ਰਹੇ ਹਾਂ ਨਾ, 200 ਸਾਲ ਪਹਿਲਾਂ ਤਕਰੀਬਨ ਅਬਦਾਲੀ ਵੱਲੋਂ ਵੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਸੀ। ਕਹਿੰਦੇ ਕਿ ਇਤਿਹਾਸ ਗਵਾ ਕੇ ਨਾਸ਼ ਹੋ ਜਾਂਦਾ, ਫਿਰ ਕਿਉਂ ਵਾਰ-ਵਾਰ ਅਜਿਹੀਆਂ ਚੀਜ਼ਾਂ ਹੁੰਦੀਆਂ? ਉਹ ਤਾਂ ਮੈਂ ਪਹਿਲਾਂ ਰਮਤਾ 'ਚ ਕਹਿਤਾ ਵੀ ਦੀਵਾ ਬੁਝਾਉਣ ਦਾ ਯਤਨ ਚੋਰ ਕਰਦੇ ਰਹੇ ਨੇ, ਕਰਦੇ ਰਹਿਣਗੇ, ਤੇ ਉਹਨਾਂ ਦਾ ਇਹ ਹਸਰ ਹੁੰਦਾ ਰਹੇਗਾ। ਬਿਲਕੁਲ ਅਬਦਾਲੀ ਦੀ ਅੰਸ਼ ਹੀ ਬੀਬੀ ਇੰਦਰਾ ਹੈ, ਅਬਦਾਲੀ ਦੀ ਅੰਸ਼ ਹੀ ਉਹੋ ਹੀ ਹੈ। ਫਰਕ ਇਹ ਹੈ ਨਾਮ ਬਦਲੇ ਨੇ, ਸਰਕਾਰਾਂ ਬਦਲੀਆਂ ਨੇ, ਪਰ ਸੱਚ ਦੀ ਜੋਤ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਹਰ ਰੋਜ਼ ਜਗਦੀ ਹੈ। ਉਹ ਘਰ
ਜਿਸ ਘਰ ਵਿੱਚ ਹਰ ਰੋਜ਼ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੋਵੇ, ਉਹ ਘਰ ਤੁਸੀਂ ਹੁਣ ਕੱਲ ਨੂੰ ਕੋਈ ਇਹ ਕਹਿ ਸਕਦਾ ਜੀ ਉੱਥੇ ਹਮਲਾ ਕੀਤਾ ਗਿਆ, ਉੱਥੇ ਅੱਤਵਾਦੀ ਰਹਿੰਦੇ ਸਨ। 1984 1 ਜੂਨ ਤੱਕ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਨਾਂ ਤੇ ਇੱਕ ਵੀ FIR ਰਜਿਸਟਰਡ ਨਹੀਂ, ਜਿਹਦੇ ਵਿੱਚ ਉਹਨਾਂ ਤੇ ਕੋਈ ਦੇਸ਼ ਧਰੋਹ ਦਾ ਮੁਕੱਦਮਾ ਚੱਲਦਾ ਹੋਵੇ, ਇੱਕ ਵੀ, ਜਿਹਦੇ ਵਿੱਚ ਉਹ ਭਗੌੜੇ ਹੋਣ, ਜਿਹਦੇ ਵਿੱਚ ਉਹਨਾਂ ਨੇ ਜੱਜ ਕਿਸੇ ਅਦਾਲਤ ਦੀ ਜਿਹੜੀ ਆ ਹੁਕਮ ਨਾ ਮੰਨਿਆ ਹੋਵੇ, ਇੱਕ ਵੀ ਇਹੋ ਜਿਹੀ ਘਟਨਾ ਨਹੀਂ। ਤੇ ਫਿਰ ਫੌਜੀ ਹਮਲਾ ਕਰ ਦੇਣਾ, ਇਹ ਤੇ ਅਬਦਾਲੀ ਨਾਲੋਂ ਵੀ ਵਧੇਰੇ ਸੀ, ਕਿਉਂਕਿ ਅਬਦਾਲੀ ਗੈਰ ਮੁਲਕੀ ਸੀ। ਅਬਦਾਲੀ ਅਫਗਾਨ ਤੋਂ ਤੁਰਿਆ ਹੈ, ਇਹ ਤੇ ਆਪਣੇ ਮੁਲਕ ਦੀ ਆਰਮੀ ਸੀ। ਅਬਦਾਲੀ ਦੀ ਤੇ ਰੂਹ ਕਰਲਾਉਂਦੀ ਹੋਵੇਗੀ ਵੀ ਮੈਂ ਜਿਨ੍ਹਾਂ ਕਰਕੇ ਸਾਡੇ ਨਾਲ ਸਿੱਖਾਂ ਨੇ ਵਿਰੋਧਤਾ ਲਈ, ਜਿਨ੍ਹਾਂ ਦਾ ਤਿਲਕ ਤੇ ਜੰਜੂ ਰੱਖਣ ਲਈ, ਤੇ ਉਹ ਵੀ ਸਿੱਖਾਂ ਤੇ ਹਮਲਾਵਰ ਹੋ ਕੇ ਆ ਗਏ। ਕੀ ਲੱਗਦਾ ਖਾਲਸਾ ਜੀ, ਕਿਹੜੀ ਸੋਚ ਜਿਹੜੀ ਹੈ ਇੰਦਰਾ ਗਾਂਧੀ ਵਿੱਚ ਕੰਮ ਕਰਦੀ ਹੋ? ਜੀ ਇੰਦਰਾ ਗਾਂਧੀ ਜੀ ਨਹੀਂ ਕੰਮ ਕਰਦੇ ਜੀ, ਇਹ ਸੋਚ ਭਰ ਦਿੱਤੀ ਗਈ ਹੈ ਜੀ ਸਾਡੇ ਰਾਜਨੀਤਿਕਾਂ ਨੇ। ਉਹਦੇ ਬਾਪੂ ਦੀ ਸੋਚ ਸੀ, ਉਸ ਬਾਪੂ ਦੀ ਜਿਹਨੂੰ ਨਹਿਰੂ ਕਹਿੰਦੇ ਨੇ, ਜਿਹੜਾ ਸਿੱਖਾਂ ਨੂੰ ਜਿਸ ਦਿਨ ਹਿੰਦੁਸਤਾਨ ਦੀ ਪਾਰਟੀਸ਼ਨ ਹੁੰਦੀ ਹੈ, ਜਿਹੜਾ ਸਿੱਖਾਂ ਨੂੰ ਦੇ ਉਸ ਸਮੇਂ ਦੇ ਜਥੇਦਾਰਾਂ ਨੂੰ, ਬਲਦੇਵ ਸਿੰਘ ਵਰਗਿਆਂ ਨੂੰ, ਮਾਸਟਰ ਤਾਰਾ ਸਿੰਘ ਵਰਗਿਆਂ ਨੂੰ ਇਹ ਕਹਿ ਕੇ ਭਰਮਾ ਲੈਂਦਾ ਹੈ ਵੀ ਅਸੀਂ ਦੋਵੇਂ ਇੱਥੇ ਇਕੱਠੇ ਭਰਾ ਬਣ ਕੇ ਰਵਾਂਗੇ, ਤੁਸੀਂ ਆਪਣਾ ਵੱਖਰਾ ਮੁਲਕ ਨਾ ਲਵੋ, ਜਦ ਕਿ ਅੰਗਰੇਜ਼ ਸਿੱਖਾਂ ਦਾ ਸੰਪੂਰਨ ਰਾਜ ਮੋੜਨ ਲਈ ਤਿਆਰ ਹੈ। ਉਹ ਰਾਜ ਜਿਹੜਾ ਜਮਨਾ ਪਾਰ ਤੱਕ ਹੈ, ਜਿਹੜਾ ਦਿੱਲੀ ਦੇ ਗਲਿਆਰੇ ਜਿਹੜੇ ਅੱਜ ਝੂਮ ਰਹੇ ਨੇ ਨਾ, ਇਹ ਖਾਲਸਾ ਰਾਜ 'ਚ ਨੇ। ਉਹ ਰਾਜ ਜਿਹੜਾ ਤਿੱਬਤ ਦੀਆਂ ਪਹਾੜੀਆਂ ਤੱਕ ਹੈ, ਉਹ ਰਾਜ ਜਿਹੜਾ ਲਾਹੌਰ ਤੋਂ ਪਾਰ, ਜਿਹਦੇ ਅੰਦਰ ਤੁਹਾਡਾ ਸਾਰਾ JNK ਆਉਂਦਾ ਹੈ, ਉਹ ਰਾਜ ਜਿਹਦੇ ਅੰਦਰ ਰਾਜਸਥਾਨ ਦਾ ਅੱਧਾ ਹਿੱਸਾ ਹੈ, ਉਹ ਰਾਜ ਜਿਹਦੇ ਅੰਦਰ ਸਾਰਾ ਹਰਿਆਣਾ ਆਉਂਦਾ ਹੈ, ਉਹ ਸਾਰਾ ਰਾਜ ਸਿੱਖਾਂ ਨੂੰ ਦੇ ਕੇ ਜਾਣਾ ਚਾਹੁੰਦਾ ਸੀ। ਉਹ ਆਪਣੇ ਪਾਪੇ ਦੀ ਸੋਚ ਤੇ ਚੱਲੀ, ਉਸ ਬਾਪੂ ਦੀ, ਜਿਹੜਾ ਪਾਪਾ ਉਦੋਂ ਤੇ ਸਿੱਖਾਂ ਨੂੰ ਭਰਾ ਕਹਿੰਦਾ ਹੈ, ਤੇ ਜਦੋਂ ਹੋ ਜਾਂਦਾ ਹਿੰਦੁਸਤਾਨ ਆਜ਼ਾਦ, ਤੇ ਉਹ ਤੋਂ 1 ਸਾਲ ਦੇ ਅੰਦਰ ਹੀ ਸਿੱਖ ਜਰਾਇਮ ਪੇਸ਼ਾ ਕੌਮ ਹੋ ਜਾਂਦੀ ਹੈ, ਤੇ ਕਹਿੰਦਾ ਇਹਨਾਂ ਦਾ ਧਿਆਨ ਰੱਖੋ। ਉਹ ਆਪਣੇ ਪਾਪੇ ਦੇ ਨਕਸ਼ੇ ਕਦਮ ਤੇ ਚੱਲੀ ਹੈ, ਬਾਹਰੋਂ ਸੋਚ ਲਿਆਉਣ ਦੀ ਲੋੜ ਨਹੀਂ ਪਈ। ਉਹ ਰਾਜਨੀਤਿਕ ਲੋਕਾਂ ਦੀ ਸੋਚ ਇਹ ਹੈ ਕਿ ਜਿਹੜੀ ਕੌਮ ਮੁਗਲਾਂ ਦੀ ਗੁਲਾਮ ਨਹੀਂ ਰਹੀ ਯਾਰ, ਹਿੰਦੁਸਤਾਨ ਤੁਸੀਂ ਇਤਿਹਾਸ ਪੜ੍ਹ ਕੇ ਵੇਖੋ, ਜਦੋਂ ਅਜੇ ਅਬਦਾਲੀ ਤੁਰਿਆ ਫਿਰਦਾ ਹਿੰਦੁਸਤਾਨ ਦਾ, ਤੇ ਕਲਕੱਤੇ ਵਾਲੀ ਸਾਈਡ ਉਦੋਂ ਵੀ ਗੁਲਾਮ ਹੈ। ਜਦੋਂ ਅਜੇ ਅਬਦਾਲੀ ਤੁਰਿਆ ਫਿਰਦਾ, ਜਦੋਂ ਜ਼ਕਰੀਆ ਖਾਨ ਕਤਲੇਆਮ ਕਰ ਰਿਹਾ ਕਲਕੱਤੇ 'ਚ, ਤੇ ਅੰਗਰੇਜ਼ ਉਦੋਂ ਈਸਟ ਇੰਡੀਆ ਕੰਪਨੀ ਆਣ ਕੇ ਬੈਠ ਗਈ ਹੈ। ਜਿਸ ਦਿਨ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੁੰਦੀ ਹੈ, ਈਸਟ ਇੰਡੀਆ ਕੰਪਨੀ ਦੇ ਬੰਦੇ ਉਸ ਦਿਨ ਦਿੱਲੀ ਦਰਬਾਰ 'ਚ ਬੈਠੇ ਨੇ। ਉਹ ਤੇ ਪਹਿਲਾਂ ਵੀ ਤੁਰਿਆ ਫਿਰਦਾ ਹੈ। ਈਸਟ ਇੰਡੀਆ ਕੰਪਨੀ ਦਾ ਤੇ ਹਿੰਦੁਸਤਾਨ ਗੁਲਾਮ ਹੋਣਾ ਸ਼ੁਰੂ ਹੋ ਗਿਆ ਸੀ। ਉਹਨਾਂ ਦੀ ਬਦਕਿਸਮਤੀ ਹੈ, ਅੰਗਰੇਜ਼ਾਂ ਦੀਆਂ ਕਿਤਾਬਾਂ ਪੜ੍ਹ ਕੇ ਵੇਖੋ ਤੁਸੀਂ, ਉਹਨਾਂ ਦੀ ਬਦਕਿਸਮਤੀ ਹੈ ਵੀ ਉਹਨਾਂ ਨੇ ਪੰਜਾਬ ਦੇ ਉੱਤੇ ਕਬਜ਼ਾ ਕੀਤਾ, ਨਹੀਂ ਤੇ ਹਿੰਦੁਸਤਾਨ ਤੇ ਅੱਜ ਵੀ ਗੁਲਾਮੀ ਦੀਆਂ ਜੰਜੀਰਾਂ 'ਚ ਹੁੰਦਾ। ਅੱਜ ਦੇ ਦਿਨ ਤੱਕ ਤੁਸੀਂ ਸਿੱਖ ਮਿਲਟਰੀ ਤੋਂ ਬਿਨਾਂ, ਮੈਂ ਇਹ ਨਹੀਂ ਕਹਿੰਦਾ, ਮੈਂ ਦਾਅਵਾ ਨਹੀਂ ਕਰਦਾ, ਵਾਦਾ ਪਰਮੇਸ਼ਰ ਜਾਣੇ, ਬੜੇ ਵੱਡੇ ਮਹਾਨ ਸੂਰਮੇ ਇਸ ਹਿੰਦੁਸਤਾਨ ਦੀ ਧਰਤੀ 'ਚ ਰਾਜਪੂਤਾਂ 'ਚ ਹੋਏ ਨੇ, ਪਰ ਜਿਹੜਾ ਤਬਕਾ ਇਸ ਧਰਤੀ ਤੇ ਰਾਜ ਕਰਨ ਦਾ ਸੁਪਨਾ ਵੇਖ ਰਿਹਾ, ਮੈਂ ਛਤਰੀਆਂ ਦੀ ਗੱਲ ਨਹੀਂ ਕਰਦਾ, ਛਤਰੀਆਂ 'ਚ ਬੜੇ ਵੱਡੇ ਸੂਰਮੇ ਹੋਏ ਨੇ, ਪਰ ਜਿਹੜੀ ਬ੍ਰਾਹਮਣੀ ਸੋਚ ਹਿੰਦੁਸਤਾਨ ਤੇ ਰਾਜ ਕਰਨ ਦਾ ਯਤਨ ਕਰ ਰਹੀ ਹੈ, ਉਸ ਬ੍ਰਾਹਮਣਾਂ ਨੂੰ ਕਹੋ ਇਹਨਾਂ ਛਤਰੀਆਂ ਤੇ ਸਿੱਖਾਂ ਨੂੰ ਪਾਸੇ ਕਰਕੇ 10 ਦਿਨ ਇਸ ਮੁਲਕ ਨੂੰ ਗੁਲਾਮੀ ਤੋਂ ਬਚਾ ਕੇ ਵਿਖਾਲ ਦੇਣ। 10 ਦਿਨਾਂ ਦੇ ਵਿੱਚ ਸੰਪੂਰਨ, 10 ਦਿਨ ਮੈਂ ਬਹੁਤੇ ਕਹਿ ਗਿਆ, ਉਹ ਤੇ 10 ਘੰਟੇ ਨਹੀਂ ਖਲੋ ਸਕਦੇ। 10 ਦਿਨਾਂ ਦੇ ਵਿੱਚ ਸੰਪੂਰਨ ਹਿੰਦੁਸਤਾਨ, ਉਹ ਕਿਸੇ ਦਾ ਵੀ ਗੁਲਾਮ ਹੋਵੇ, ਉਹਦਾ ਨਾਂ ਲੈਣ ਦੀ ਜ਼ਰੂਰਤ ਨਹੀਂ, ਕੋਈ ਵੀ ਇਹਨੂੰ ਗੁਲਾਮੀ ਜਦੋਂ ਮਰਜ਼ੀ ਦੇ ਜਾਵੇਗਾ। ਜਦੋਂ ਸਿੱਧੀਆਂ ਹੁੰਦੀਆਂ ਨੇ ਨਾ, ਉਦੋਂ ਸਿੱਖਾਂ ਦੇ ਝੰਡੇ ਲੱਗ ਕੇ ਨਾ ਬਾਰਡਰ ਵੱਲ ਨੂੰ ਜਾਂਦੇ, ਸਿੱਖਾਂ ਦੇ ਝੰਡੇ ਨਿਸ਼ਾਨ ਸਾਹਿਬ ਲੱਗ ਕੇ, ਤੇ ਅਸੀਂ ਵੀ ਭੂਤਰ ਜਾਂਦੇ ਹਾਂ ਵੀ ਅੱਜ ਗੱਡੀ ਤੇ ਸਾਡਾ ਝੰਡਾ ਲੱਗਿਆ ਜਾਂਦਾ। ਤੇ ਜਿਸ ਦਿਨ ਉਹੋ ਹੀ ਝੰਡਾ ਕਿਤੇ ਲਾਲ ਕਿਲੇ ਤੇ ਚੜ ਜੇ ਨਾ, ਕਹਿੰਦੇ ਸਿੱਖਾਂ ਨੇ ਅੱਤਵਾਦੀ ਕਾਰਵਾਈ ਪਾਤੀ ਹੈ। ਝੰਡਾ ਉਹੋ ਹੀ ਆ। ਜੇ ਸਿੱਖ ਦਾ ਪੁੱਤ ਮਰਵਾਉਣਾ ਹੈ ਬਾਰਡਰ ਤੇ ਹਿੰਦੁਸਤਾਨ ਦੀ ਮਿਲਟਰੀ ਦੀ ਗੱਡੀ ਤੇ ਲੱਗ ਸਕਦਾ ਹੈ, ਤੇ ਜਿਹੜੀ ਮਿਲਟਰੀ ਦੀ ਗੱਡੀ ਤੇ ਲਾ ਕੇ ਉਧਰ ਨੂੰ ਬਾਰਡਰ ਨੂੰ ਘੱਲੀ ਆ ਨਾ, ਜੇ ਉਹ ਉੱਥੇ ਨਾ ਪਹੁੰਚਦੀ, ਉਸ ਲਾਲ ਕਿਲੇ ਦੇ ਉੱਤੇ ਤਿਰੰਗਾ ਵੀ ਝੁੱਲਦਾ ਨਾ ਹੁੰਦਾ।
ਤੇ ਸਭ ਨੂੰ ਵੱਡੀ ਸਿੱਖਾਂ ਦੀ ਕੁਰਬਾਨੀ ਦੀ ਦਾਸਤਾਨ ਹਿੰਦੁਸਤਾਨ ਦਾ ਤਿਰੰਗਾ ਕਹਿੰਦਾ ਹੈ। ਉਹਦੇ ਉੱਤੇ ਜਿਹਨੂੰ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਲਾਲ ਕਿਲੇ ਤੇ ਖਲੋ ਕੇ ਕਹਿੰਦਾ ਨਾ ਭੰਗਵਾ ਕਲਰ, ਭੰਗਵਾ ਨਹੀਂ, ਉਹਦੇ ਉੱਤੇ ਕੇਸਰੀ ਰੰਗ ਹੈ, ਕੇਸਰੀ ਪਰਚਮ ਹੈ। ਸਭ ਨੂੰ ਉੱਪਰਲਾ ਰੰਗ ਕੇਸਰੀ ਸਾਡੇ ਬਜ਼ੁਰਗਾਂ ਨੇ 90 ਸਿਰ ਦੇ ਕੇ ਲਵਾਇਆ ਹੈ, ਐਵੇਂ ਨਹੀਂ ਲੱਗ ਗਿਆ ਉਹ। ਕੀ ਲੱਗਦਾ ਜੇ 84 ਦੁਬਾਰੇ ਆਪਾਂ ਗੱਲ ਕਰ ਲੈਂਦੇ, ਕਿਹੜੇ ਕਿਹੜੇ ਹੋਰ ਤੁਹਾਨੂੰ ਲੱਗਦਾ ਵੀ ਸਿਆਸਤਦਾਨਾਂ ਦਾ ਹੱਥ ਹੋ ਸਕਦਾ? ਸਿਆਸਤਦਾਨ ਜਿਹੜਾ ਨਾ ਜੀ, ਇਹਦਾ ਸਿੱਧਾ ਜਿਹਾ ਫਲਸਫਾ ਹੈ। ਇਹਦਾ ਬੜਾ ਸੋਹਣਾ ਜਵਾਬ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਦੇ ਕੇ ਗਏ ਆ। ਪੁੱਛਿਆ ਸੀ ਸਿੰਘਾਂ ਨੇ ਵੀ ਮਹਾਂਪੁਰਖੋ ਸਿਆਸਤਦਾਨ ਕਹਿੰਦੇ ਕਿਹਨੂੰ ਨੇ, ਰਾਜਨੀਤਿਕ ਕੌਣ ਹੁੰਦਾ? ਤੇ ਮਹਾਂਪੁਰਖ ਕਹਿੰਦੇ ਜੀ ਮੈਂ ਤੁਹਾਨੂੰ ਰਾਜਨੀਤਿਕ ਇੱਕ ਦੀ ਗੱਲ ਦੱਸ ਦਿੰਦਾ। ਰਾਜਨੀਤਿਕ ਕਿਸੇ ਨੂੰ ਮਹਾਂਪੁਰਖਾਂ ਨੇ ਪੁੱਛਿਆ ਵੀ ਤੁਹਾਡੀ ਰਾਜਨੀਤੀ ਦਾ ਕੀ ਹਿਸਾਬ ਕਿਤਾਬ ਹੈ? ਕਹਿਣ ਲੱਗੇ ਜੀ ਅਸੀਂ ਤੇ ਇਹੋ ਜਿਹੇ ਹਾਂ ਕਿ ਲੋੜ ਪੈਣ ਤੇ ਗਧੇ ਨੂੰ ਬਾਪ ਤੇ ਕੰਮ ਨਿਕਲਣ ਤੋਂ ਬਾਅਦ ਬਾਪੂ ਨੂੰ ਗਧਾ ਕਹਿ ਸਕਦੇ ਹਾਂ। ਸਿਆਸਤਦਾਨਾਂ ਦੀ ਤੇ ਕੇਵਲ ਇੰਨੀ ਹਿਸਟਰੀ ਆ। ਸਮਝ ਗਏ ਮੇਰੀ ਗੱਲ? ਜੇ ਲੋੜ ਹੈ ਤੇ ਬਾਪੂ, ਤੇ ਜੇ ਲੋੜ ਨਿਕਲ ਗਈ ਤੇ ਆਪਣੇ ਭਾਪੇ ਨੂੰ ਗਧਾ ਦੱਸ ਸਕਦੇ ਵੀ ਮੇਰਾ ਬਾਪੂ ਤੇ ਗਧਾ ਹੀ ਆ, ਇਹਦੇ ਪੱਲੇ ਕੱਖ ਨਹੀਂ। ਰਾਜਨੀਤਿਕ ਮਨੁੱਖ ਦਾ ਇੱਕੋ ਹੀ ਸੰਕਲਪ ਹੈ, ਕੁਰਸੀ। ਜੇ ਕੁਰਸੀ ਹੈ ਤੇ ਸਭ ਕੁਝ ਹੈ। ਕੁਰਸੀ ਦੇ ਡੰਡੇ ਸਲਾਮਤ ਰਹਿਣੇ ਚਾਹੀਦੇ, ਭਾਵੇਂ ਸਾਰੀਆਂ ਕੌਮਾਂ। ਤੁਸੀਂ ਕੀ ਸੋਚਦੇ, ਜੇ ਕੋਈ ਰਾਜਨੀਤਿਕ ਕਿਸੇ ਹਿੰਦੂ ਦਾ ਸਕਾ ਹੋ ਸਕਦਾ? ਬਿਲਕੁਲ ਨਹੀਂ ਹੋ ਸਕਦਾ। ਮੈਂ ਤੁਹਾਨੂੰ ਜਿਹੜੀ ਗੱਲ ਦੱਸੀ ਹੈ, ਜਿਨ੍ਹਾਂ ਨੇ ਛਤਰੀ ਰਾਜਪੂਤਾਂ ਨੇ ਹਿੰਦੁਸਤਾਨ ਦੀ ਲੜਾਈ ਲੜੀ ਹੈ ਆਜ਼ਾਦੀ ਦੀ, ਅੱਜ ਤੱਕ ਕਿਸੇ ਬ੍ਰਾਹਮਣ ਨੇ ਲੜੀ ਹੋਵੇ ਦੱਸੋ? ਇੱਕ ਬ੍ਰਾਹਮਣ ਨੇ ਲੜਾਈ ਨਹੀਂ ਲੜੀ ਅੱਜ ਤੱਕ। ਜਿਨ੍ਹਾਂ ਦੀਆਂ ਫਿਲਮਾਂ ਵੀ ਵਿਖਾਉਂਦੇ ਨਾ, ਮੈਂ ਨਾਂ ਨਹੀਂ ਲੈਣਾ ਚਾਹੁੰਦਾ। ਹਿੰਦੁਸਤਾਨ ਦੀ ਸੱਭਿਅਤਾ ਦਾ ਖਲਵਾੜ ਜਿੰਨਾ ਹਿੰਦੁਸਤਾਨ ਦੇ ਰਾਜ ਵਿੱਚ ਹੋਇਆ ਹੈ, ਜਿਹੜੇ ਹਿੰਦੁਸਤਾਨੀਆਂ ਦੇ ਵਿਰੁੱਧ ਹਿੰਦੁਸਤਾਨੀਆਂ ਨੂੰ ਮਾਰਦੇ ਰਹੇ, ਤੇ ਜੇ ਗਊ ਮਾਸ ਗੋਲੀ ਤੇ ਲੱਗ ਗਿਆ ਤੇ ਉਹਦੇ ਵਿਰੋਧਤਾ ਦੇ ਵਿੱਚ ਉਹਨਾਂ ਨੂੰ ਮਾਰ ਦਿੱਤਾ ਜਾਵੇ ਤੇ ਉਹ ਹੋ ਗਏ ਹਿੰਦੁਸਤਾਨ ਦੇ ਸ਼ਹੀਦ। ਤੇ ਜਿਨ੍ਹਾਂ ਦੇ ਟੱਬਰ ਉੱਜੜ ਗਏ, ਜਿਨ੍ਹਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਲਈ ਅੰਗਰੇਜ਼ਾਂ ਦੇ ਵਿਰੁੱਧ ਲੜਦਿਆਂ ਆਪਣਾ ਰਹਿਣ ਕੱਖ ਨਾ ਦਿੱਤਾ, ਉਹਨਾਂ ਦਾ ਨਾਮੋ ਨਿਸ਼ਾਨ ਨਹੀਂ ਹੈ। ਇਸ ਕਰਕੇ ਰਾਜਨੀਤਿਕ ਮਨੁੱਖ ਕਿਸੇ ਦਾ ਸਕਾ ਨਹੀਂ। ਜਿਹੜੀ ਅੱਗ ਅੱਜ ਦੇ ਦਿਨ ਤੇ ਲਾਈ ਹੋਈ ਹੈ, ਇਹ ਰਾਜਨੀਤਿਕਾਂ ਦੀ ਲਾਈ ਹੈ। ਹਿੰਦੂ ਸਿੱਖ ਦੀ ਵਿਰੋਧਤਾ ਨਹੀਂ, ਵਿਰੋਧਤਾ ਰਾਜਨੀਤਿਕਾਂ ਦੀ ਹੈ। ਰਾਜਨੀਤਿਕ ਸਿਆਸਤਦਾਨਾਂ ਵੱਲੋਂ ਫੁੱਟ ਪਾਈ ਗਈ ਹੈ। ਫੁੱਟ ਪਾਈ ਇਹਨਾਂ ਨੇ ਇਸ ਥਾਂ ਤੇ ਲਿਆ ਕੇ ਖੜਾ ਕਰਤਾ। ਤੁਸੀਂ ਚੰਡੀਗੜ੍ਹ ਤੋਂ ਇੱਥੇ ਆਏ ਜੇ, ਤੁਹਾਨੂੰ ਪੂਰੇ ਪੰਜਾਬ ਦੇ ਵਿੱਚ ਤੁਹਾਡੀ ਗੱਡੀ ਖਿਲਾਰ ਕੇ ਕਿਸੇ ਨੇ ਕੁਝ ਨਹੀਂ ਤੁਹਾਨੂੰ ਪੁੱਛਿਆ ਹੋਵੇ, ਪਰ ਪਿਛਲੇ 10 ਦਿਨਾਂ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਇਵੇਂ ਬਣਾਇਆ ਗਿਆ ਵੀ ਜਿਸ ਤਰ੍ਹਾਂ ਦੁਬਾਰਾ ਨਹੀਂ ਹਮਲਾ ਹੋ ਗਿਆ ਹੁੰਦਾ ਸ੍ਰੀ ਅੰਮ੍ਰਿਤਸਰ ਸਾਹਿਬ ਤੇ। ਥਾਂ ਥਾਂ ਤੇ ਨਾਕੇ ਲੱਗੇ ਸੀ, ਆਉਂਦੇ ਦੇਖੇ ਜਿਸ ਤਰ੍ਹਾਂ ਦੁਬਾਰਾ ਹਿੰਦੁਸਤਾਨ ਦੀ ਸਰਕਾਰ ਹਮਲਾ ਕਰਨ ਆਈ ਆ, ਤੇ ਹਰ ਸਾਲ ਸਿੱਖਾਂ ਨੂੰ ਚੇਤੇ ਕਰਾਉਂਦੀ ਵੀ ਇਸ ਤਰ੍ਹਾਂ ਤੁਹਾਡੇ ਬਜ਼ੁਰਗਾਂ ਨੂੰ ਰੋਕਿਆ ਸੀ। ਉਹ ਮੇਰੇ ਸੀ ਸੁਰੱਖਿਆ ਦੇ ਤੌਰ ਤੇ ਲਗਾਉਂਦੇ। ਕਿਹੜੀ ਸੁਰੱਖਿਆ ਜੀ? ਕੋਈ ਸਿੱਖ ਇਹੋ ਜਿਹਾ ਹੈ ਜੀ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਕੋਈ ਗਲਤੀ ਕਰੂਗਾ? ਤੁਹਾਡੇ ਬਜ਼ੁਰਗਾਂ ਦਾ ਆਪਾਂ ਨਾਰਮਲੀ ਗੱਲ ਆ, ਕੋਈ ਆਪਣੇ ਬਜ਼ੁਰਗਾਂ ਦਾ ਦਿਹਾੜਾ ਮਨਾਉਂਦਾ ਹੋਵੇ, ਸ਼ਹੀਦੀ ਦਿਹਾੜਾ ਮਨਾਉਂਦਾ ਹੋਵੇ, ਜਾਂ ਕਿਸੇ ਦਾ ਬਾਪੂ ਤੁਰ ਗਿਆ, ਹਿੰਦੁਸਤਾਨ 'ਚ ਇੱਕ ਘਟਨਾ ਇਹੋ ਜਿਹੀ ਵਿਖਾ ਲਓ ਵੀ ਉਹਦਾ ਬਾਪੂ ਤੁਰ ਗਿਆ ਤੇ ਉਹਨੂੰ ਉੱਥੇ ਸੁਰੱਖਿਆ ਦੀ ਲੋੜ ਸੀ, ਬਾਅਦ 'ਚ ਉਹਨੂੰ ਸੁਰੱਖਿਆ ਦੇਣ ਗਏ ਸਨ। ਸੁਰੱਖਿਆ ਦੇਣ ਨਹੀਂ ਆਉਂਦੇ, ਕੇਵਲ ਚੇਤੇ ਕਰਾਉਣ ਆਉਂਦੇ ਆ। ਸਿੱਖੋ ਤੁਸੀਂ ਗੁਲਾਮ ਜੀ, ਸੁਭਾਵਕ। ਇਹ ਮੈਂ ਪਹਿਲਾਂ ਵੀ ਇੰਟਰਵਿਊ 'ਚ ਟੀਵੀ ਵਾਲਿਆਂ ਨੂੰ ਬੇਨਤੀ ਕੀਤੀ ਸੀ ਵੀ ਉਦੋਂ ਦੁੱਖ ਨਹੀਂ ਹੁੰਦਾ। ਆਮ ਦੇਸੀ ਜੀ ਕਹਾਵਤ ਹੈ ਵੀ ਦੁੱਖ ਉਦੋਂ ਨਹੀਂ ਜਦੋਂ ਬਿੱਲੀ ਕਾੜਨੇ 'ਚ ਦੁੱਧ ਪੀ ਜਾਂਦੀ ਹੈ। ਦੁੱਖ ਉਦੋਂ ਹੁੰਦਾ ਆ, ਟੱਬਰ ਉਦੋਂ ਕੁੱਟਣ ਨੂੰ ਜੀ ਕਰਦਾ ਆਪਣਾ ਹੀ, ਜਦੋਂ ਉਹੋ ਹੀ ਬਿੱਲੀ ਤੁਹਾਡੇ ਬਨੇਰੇ ਤੇ ਬਹਿ ਕੇ ਮੁੱਛਾਂ ਨੂੰ ਤਾ ਦੇਣ ਦੀ ਹੁੰਦੀ ਹੈ ਨਾ। ਇਸੇ ਤਰੀਕੇ ਨਾਲ ਇਹ ਬਿੱਲੀ ਦੀਆਂ ਮੁੱਛਾਂ ਚਾੜਨ ਵਾਲੀ ਗੱਲ ਆ। ਉਹ ਜਿੰਨੇ ਵੀ ਪੁਲਿਸ ਮੁਲਾਜ਼ਮ ਲੱਗੇ ਉਹ ਵੀ ਤਾਂ ਸਿੱਖਾਂ ਦੇ ਬੱਚੇ ਨੇ। ਤੁਸੀਂ ਇੱਥੇ ਆਏ ਜੇ, ਤੁਸੀਂ ਚੈਨਲ ਵੱਲੋਂ ਤੁਹਾਨੂੰ ਪੇ ਕੀਤਾ ਜਾਂਦਾ। ਜਿਹੜੇ ਸਿੱਖਾਂ ਦੇ ਪੁੱਤ ਲੱਗੇ ਉਹ ਸਾਰੇ ਨੌਕਰੀ ਕਰਦੇ ਨੇ। ਤੇ ਦੇਸੀ ਦੀ ਕਹਾਵਤ ਹੈ, ਬੀਬੀ ਜੀ ਨੌਕਰੀ ਕੀ ਤੇ ਨਖਰਾ ਕੀ? ਨੌਕਰ ਦਾ ਕਾਹਦਾ ਨਖਰਾ? ਉਹਨੂੰ ਤੇ ਜਿੱਥੇ ਮਰਜ਼ੀ ਖਿਲਾਰ ਦੇਣ, ਉਹਨੂੰ ਕਹਿਣ ਧੁੱਪੇ ਖਲੋ ਕੇ ਫਲਾਣੇ ਨੂੰ ਚੈੱਕ ਕਰ। ਦੁਕਾਨ ਤੇ ਬੰਦਾ ਰੱਖਿਆ ਹੋਵੇ ਨਾ, ਤੇ ਦੁਕਾਨਦਾਰ ਭਾਵੇਂ ਸਮਾਨ ਵੇਚ ਰਿਹਾ ਹੈ ਤੇ ਉਸੇ ਬੰਦੇ ਨੂੰ ਆਖੇ ਨਾ ਕਿ ਫਲਾਣੇ ਗਾਹਕ ਨੂੰ ਅੰਦਰ ਨਹੀਂ ਵੜਨ ਦੇਣਾ, ਤੇ ਨਹੀਂ ਵੜਨ ਦਿੰਦਾ। ਮੁਲਾਜ਼ਮ ਭਾਵੇਂ ਸਿੱਖਾਂ ਦੇ ਲਾਏ ਨੇ, ਜਿਨ੍ਹਾਂ ਨੇ ਸਿੱਖਾਂ ਦੇ ਪੁੱਤ ਮਾਰੇ ਇੱਥੇ 1984 ਤੋਂ ਬਾਅਦ, ਉਹ ਵੀ ਸਿੱਖ ਹੀ ਸਨ। KPS ਗਿੱਲ ਕੌਣ ਸੀ? ਸਮੇਧ ਸੈਣੀ ਕੌਣ ਹੈ? ਬੇਅੰਤਾ ਕੌਣ ਸੀ?
ਸਾਰੇ ਸਿੱਖ ਹੀ ਨੇ। ਜਿਨ੍ਹਾਂ ਨੇ ਸਿੱਖਾਂ ਦੇ ਪੁੱਤ ਮਾਰੇ ਉਹ ਵੀ ਸਿੱਖ ਹੀ ਸਨ। ਤੁਹਾਨੂੰ ਮੈਂ ਪਹਿਲਾਂ ਕਿਹਾ, ਮਾਇਆ ਇੱਕ ਸਾਡੇ ਕੌਮ ਦੇ ਵਿਦਵਾਨ ਹੋਏ ਨੇ ਗਿਆਨੀ ਕੁਲਵੰਤ ਸਿੰਘ ਬੀਏ, ਉਹਨਾਂ ਨੇ ਇੱਕ ਬਚਨ, ਰਿਕਾਰਡਡ ਬਚਨ ਹੈ ਉਹਨਾਂ ਦਾ, ਵੀ ਕੇਲੇ ਦੇ ਛਿਲਕੇ ਤੋਂ ਤਿਲਕਿਆ ਮਨੁੱਖ ਬਚ ਸਕਦਾ ਹੈ, ਚਿੱਕੜ ਦਾ ਤਿਲਕਿਆ ਮਨੁੱਖ ਡਿੱਗਣੋਂ ਬਚ ਸਕਦਾ ਹੈ, ਪਰ ਜਿਹੜਾ ਮਾਇਆ ਤੋਂ ਤਿਲਕ ਜਾਵੇ ਨਾ, ਉਹਨੂੰ ਕੋਈ ਸਹਾਰਾ ਨਹੀਂ। ਇਸ ਕਰਕੇ ਉਹਨਾਂ ਦੀਆਂ ਪੱਗਾਂ ਨਾ ਵੇਖੀਆਂ ਜਾਣ, ਉਹ ਤੇ ਵਿਚਾਰੇ ਗੁਲਾਮ ਨੇ, ਨੌਕਰੀ ਕਰਨ ਵਾਲੇ ਲੋਕ ਆ। ਜੇ ਕਿਸੇ ਦੇ ਮਨ 'ਚ ਭਾਵਨਾ ਵੀ ਹੋਵੇਗੀ ਖਿਲਾਰਿਆ, ਤੇ ਉਹਨੂੰ ਇਸੇ ਕਰਨ ਵਾਸਤੇ ਨਾ। ਤੁਸੀਂ ਇਹ ਵੇਖੋ ਵੀ ਮੁੰਡਿਆਂ ਦੀਆਂ ਗੱਡੀਆਂ ਖਿਲਾਰ ਕੇ, ਜੇ ਕਿਸੇ ਗੱਡੀ 'ਚ ਡੰਡਾ ਵੀ ਪਿਆ ਨਾ, ਡੰਡਾ ਵੀ ਉਹ ਕੱਢ ਕੇ ਤੇ ਟੇਬਲਾਂ ਤੇ ਇਸ ਤਰ੍ਹਾਂ ਸਜਾਏ ਜਾ ਰਹੇ ਆ ਵੀ ਜਿਸ ਤਰ੍ਹਾਂ ਬੜੀਆਂ ਵੱਡੀਆਂ ਖੇਪਾਂ ਫੜੀਆਂ ਜਾ ਰਹੀਆਂ। ਇਹੋ ਜਿਹਾ ਮਾਹੌਲ ਸਿਰਜਿਆ ਜਾਣਾ, ਇਹ ਮੰਦਭਾਗਾ। ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਓਗੇ, ਪ੍ਰੋਗਰਾਮ ਤੁਸੀਂ ਕਰਨਾ ਹੋਊਗਾ ਟੀਵੀ 'ਤੇ, ਤੁਸੀਂ ਵੇਖੋਗੇ ਕਿ ਇੱਕ ਸਿੱਖ ਦੇ ਪਿੱਛੇ 4 ਪੁਲਿਸ ਮੁਲਾਜ਼ਮ, 4 CID ਵਾਲੇ ਬੈਠੇ ਹੋਣਗੇ। ਸ੍ਰੀ ਦਰਬਾਰ ਸਾਹਿਬ ਦੀਆਂ ਸਾਰੀਆਂ ਪ੍ਰਕਰਮਾਂ ਪਿਛਲੇ 10 ਦਿਨਾਂ ਤੋਂ CID ਨੇ, ਏਜੰਸੀਆਂ ਨੇ ਭਰੀਆਂ ਹੋਈਆਂ ਨੇ। ਕੀ ਇੱਥੋਂ ਕੀ ਖਤਰਾ ਜੀ ਸਿੱਖਾਂ ਤੋਂ? ਇੱਕ ਪਾਸੇ, ਦੂਜੇ ਪਾਸੇ ਦੇਖੀਏ ਖਾਲਸਾ ਜੀ, ਜਿਨ੍ਹਾਂ ਗੁਰਦੁਆਰਾ ਸਾਹਿਬ ਤੇ ਹਮਲੇ ਹੋਏ ਨੇ ਹਨਾ, ਉਹਨਾਂ ਹੀ ਗੁਰਦੁਆਰਾ ਦੇ ਵਿੱਚ ਜਿਵੇਂ ਕਰੋਨਾ ਕਾਲ ਚੱਲਿਆ ਸੀਗਾ, ਆਕਸੀਜਨ ਜਿਹੜੀ ਹੈਗੀ ਸਭ ਨੂੰ ਦਿੱਤੀ ਗਈ ਜਿਨ੍ਹਾਂ ਨੇ ਹਮਲਾ ਕੀਤਾ। ਇਹ ਪਹਿਲਾਂ ਤੁਹਾਨੂੰ ਆਰੰਭਤਾ ਤੇ ਗੱਲ ਇਹ ਆ ਵੀ ਸਾਡੇ ਅੰਦਰ ਸਪਿਰਿਟੀ ਐਸੀ ਹੈ, ਸਾਨੂੰ ਇੱਕ ਗੁਰੂ ਸਾਹਿਬ ਜੀ ਨੇ ਇੱਕ ਫਲਸਫਾ ਪੜ੍ਹਾ ਦਿੱਤਾ, ਸਾਡੇ ਅੰਦਰ ਉਕਰ ਦਿੱਤਾ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਕੋ। ਸਿੱਖ ਦੀ ਨਿਗਾਹ ਵਿੱਚ ਕੌਮ ਨਹੀਂ ਵਾੜੀ ਜਾਂਦੀ, ਸਿੱਖ ਨੂੰ ਮਨੁੱਖਤਾ ਪੜ੍ਹਾਈ ਜਾਂਦੀ ਹੈ, ਮਨੁੱਖਤਾ। ਮੇਰਾ ਬਾਪੂ ਗੁਰਦੇਵ, ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਮਨੁੱਖਤਾ ਦੇ ਪਹਿਰੇਦਾਰ ਨੇ, ਮਨੁੱਖਤਾ ਦੇ ਰਾਖੇ ਨੇ, ਕਿਸੇ ਕੌਮ ਦੇ ਰਾਖੇ ਨਹੀਂ। ਮੇਰੇ ਬਾਪੂ ਜੀ ਨੇ ਇਹ ਬਖਸ਼ਿਸ਼ ਕੀਤੀ ਹੈ ਗੁਰਦੇਵ ਜੀ ਨੇ ਕਿ ਪੁੱਤ ਜਿੱਥੇ ਮਨੁੱਖ ਦੁਖੀ ਹੈ ਨਾ, ਫਿਰ ਤੂੰ ਘਰ ਨਹੀਂ ਬਹਿ ਸਕਦਾ। ਗੁਰੂ ਘਰ ਅੱਜ ਨਹੀਂ, ਜਿਹੜਾ ਗੁਰਦੇਵ ਜੀ ਦੇ ਦਰ ਨਾਲ ਜੁੜ ਜਾਵੇਗਾ ਉਹਨੂੰ ਦੋਵਾਂ ਲੋਕਾਂ ਦੀ ਆਕਸੀਜਨ ਮਿਲ ਜਾਂਦੀ। ਇਹ ਤੇ ਬੜੀ ਸੌਖੀ, ਇਹ ਤੇ ਬੜੀ ਉਰਲੀ ਜੀ ਗੱਲ ਸੀ। ਬਾਕੀ ਇਹ ਮੈਂ ਲਿਖਤੀ ਤੁਹਾਨੂੰ ਦੇ ਸਕਦਾ, ਜਿਨ੍ਹਾਂ ਨੇ ਕੱਲ ਹਮਲਾ ਕੀਤਾ ਸੀ ਉਹ ਕੱਲ ਨੂੰ ਹਮਲਾਵਰ ਹੋ ਕੇ ਫੇਰ ਆਉਣਗੇ। ਪਰ ਇਹ ਦਾਰੂ ਆ, ਪਹਿਲਾਂ ਵੀ ਲੰਗਰ ਦਿੰਦਾ ਸੀ, ਅੱਜ ਵੀ ਦਿੰਦਾ ਆ, ਕੱਲ ਨੂੰ ਵੀ ਦਿੰਦਾ ਰਹੇਗਾ। ਕਿਉਂਕਿ ਸਾਡੇ ਵਡੇਰੇ ਦੱਸ ਕੇ ਗਏ ਆ ਵੀ ਪੁੱਤ, ਜਿਨ੍ਹਾਂ ਦੇ ਘਰ ਚੋਰੀ ਹੋਵੇ ਨਾ, ਉਹਨਾਂ ਦੇ ਘਰ ਦੀਵੇ ਬਲਦੇ ਰਹਿੰਦੇ ਨੇ, ਪਰ ਚੋਰ ਦੇ ਘਰ ਦੀਵਾ ਕਦੇ ਨਹੀਂ ਬਲਦਾ। ਉਹਨਾਂ ਦੇ ਘਰ ਕੱਲ ਵੀ ਹਨੇਰਾ ਸੀ, ਅੱਜ ਵੀ ਹਨੇਰਾ ਹੈ, ਤੇ ਕੱਲ ਨੂੰ ਵੀ ਹਨੇਰਾ ਹੀ ਰਹੇਗਾ। ਕਿਉਂਕਿ ਉਹ ਮਨੁੱਖਤਾ ਦੇ ਇਸ ਬਹੁਮੁੱਲੇ ਗਿਆਨ ਤੋਂ ਉਹਨਾਂ ਨੂੰ ਕੇਵਲ ਲੰਗਰ ਤੇ ਆਕਸੀਜਨ ਦਿਸਦੀ ਹੈ। ਭੈਣ ਮੇਰੀਏ, ਜਿਹੜਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਫਲਸਫਾ ਹੈ ਨਾ, ਜਿਹੜਾ ਗੁਰਦੇਵ ਜੀ ਨੇ ਇਹ ਆਕਸੀਜਨ, ਰੂਹਾਨੀਅਤ ਦੀ ਆਕਸੀਜਨ ਜਿਹੜੀ ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਭਰੀ ਹੈ, ਉਹ ਕਿਸੇ ਨੇ ਉਹਦਾ ਇੱਕ ਅੰਗ ਖੋਲ ਕੇ ਵੇਖਿਆ ਹੀ ਨਹੀਂ। ਚਾਨਣ ਦੀ ਵੀ ਬਹੁਤ ਉਮੀਦ ਕਰਦੇ ਨੇ ਨਾ, ਚਾਨਣ ਦੀ ਵੀ ਲੋੜ ਹੈਗੀ ਹੈ ਸਾਨੂੰ। ਉਹਦੇ ਵਿੱਚ ਵੇਖੋ, ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰ ਨਾਲ ਜੁੜ ਜਾਂਦਾ ਨਾ, ਜਿਹੜਾ ਮੇਰੇ ਗੁਰਦੇਵ ਜੀ ਦੀ ਸ਼ਰਨ 'ਚ ਆ ਜਾਂਦਾ ਹੈ, ਉਹਨੂੰ ਤੇ ਤਰਲੋਕੀ ਦਾ ਚਾਨਣ, ਤਰਲੋਕੀ ਦਾ ਗਿਆਨ ਮੇਰੇ ਸਤਿਗੁਰੂ ਸਾਹਿਬ ਜੀ ਦੇ ਦਿੰਦੇ ਨੇ। ਤੇ ਇੱਥੋਂ ਤੱਕ ਜੇ ਕਿਸੇ ਨੂੰ ਲੱਗੇ ਨਾ ਵੀ ਸਿੱਖ ਇਹਨਾਂ ਕਿੱਥੋਂ ਦੇਈ ਜਾਂਦੇ ਆ ਜੀ, ਸਿੱਖਾਂ ਕੋਲ ਇੰਨਾ ਕਿੱਥੋਂ ਆ ਗਿਆ, ਇਹ ਕੋਈ ਬਲੈਕੀ ਹੋਣਗੇ? ਨਹੀਂ, ਇਹ ਮੇਰੇ ਗੁਰਦੇਵ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਜੋਤ ਲਿਖਤੀ ਦਿੰਦੀ, ਲਿਖਤੀ। ਆਮ ਆਪਾਂ ਕਹਿੰਦੇ ਆ ਵੀ ਫਲਾਣਿਆ ਤੇਰੀ ਗੱਲ ਮੈਂ ਤਾਂ ਮੰਨਾਂ ਜੇ ਲਿਖ ਕੇ ਦਵੇਂ। ਦੁਨੀਆ ਤੇ ਜਿੰਨੀਆਂ ਡੀਡਾਂ ਬਣਦੀਆਂ ਨੇ, ਜਿੰਨੇ ਵੱਡੇ ਵੱਡੇ ਬਿਜ਼ਨਸ ਹੁੰਦੇ ਨੇ, ਲਿਖਤ 'ਚ ਹੁੰਦੇ। ਤੇ ਮੇਰੇ ਸਤਿਗੁਰੂ ਸਾਹਿਬ ਜੀ ਨੇ ਲਿਖ ਕੇ ਦਿੱਤਾ ਆ, ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਕਹਿੰਦੇ ਜਿਹੜਾ ਪੁੱਤ ਜੁੜ ਜਾਊਗਾ ਨਾ, ਜਿਹੜਾ ਇਸ ਦਰ ਤੇ ਆ ਗਿਆ, ਜਿੰਨੇ ਸਾਡੀ ਸ਼ਰਨ ਗ੍ਰਹਿਣ ਕਰ ਲਈ, ਮੈਂ 9 ਨਿਧੀਆਂ ਤੇ 18 ਸਿੱਧੀਆਂ, ਜਿਵੇਂ ਹੱਥ ਤੇ ਬੇਰ ਰੱਖਿਆ ਹੁੰਦਾ ਨਾ, ਹੱਥ ਤੇ ਬੇਰ, ਕਹਿੰਦੇ ਸਾਰੀਆਂ ਤੇਰੇ ਹੱਥ ਤੇ ਰੱਖ ਦੇਵਾਂਗਾ। ਇਹ ਉਹ ਲੰਗਰ ਆ। ਤੁਸੀਂ ਇਸ ਲੰਗਰ ਨੂੰ ਕੋਈ ਚਲਾ ਨਹੀਂ ਸਕਦਾ, ਤੇ ਇਸ ਲੰਗਰ ਨੂੰ ਕੋਈ ਖਤਮ ਨਹੀਂ ਕਰ ਸਕਦਾ। ਜਿਹੜੇ ਲੰਗਰ ਲਾਉਣ ਵਾਲੇ ਨੇ, ਤੁਸੀਂ ਕਿਸੇ ਨੂੰ ਜਾ ਕੇ ਪੁੱਛ ਲਓ,
ਵੀ ਜਿੰਨਾ ਲੰਗਰ ਸੋਚ ਕੇ ਆਰੰਭ ਕੀਤਾ ਸੀ ਓਨਾ ਹੀ ਲਾਇਆ ਜਾਂ ਉਸ ਤੋਂ ਵੱਧ ਵਰਤਾਇਆ। ਉਹ ਕਹਿਣਗੇ ਉਸ ਤੋਂ ਵੱਧ ਵਰਤਾਇਆ ਤੇ ਜਿੰਨੇ ਪੈਸੇ ਘਰੋਂ ਲੈ ਕੇ ਤੁਰੇ ਤਾਂ ਉਹਨੇ ਫੇਰ ਬਚ ਗਏ। ਖਾਲਸਾ ਜੀ, ਆਖਰੀ ਸਵਾਲ ਕਰੂੰਗੀ, ਫੁੱਟ ਕਿਵੇਂ ਦੂਰ ਹੋਊਗੀ? ਅਸੀਂ ਵੀ ਸਿੱਖ ਜਿਹੜੇ ਹੈਗੇ ਨੇ, ਦੇਸ਼ ਦਾ ਇੱਕ ਹਿੱਸਾ ਹੈਗੇ ਆ, ਵਰਗ ਹੈਗਾ ਇੱਕ, ਕਿਵੇਂ ਫੁੱਟ ਦੂਰ ਕਰੂਗੇ? ਕਿਉਂਕਿ ਐਂ ਤਾਂ ਕੰਮ ਚੱਲਣਾ ਨਹੀਂ ਨਾ ਹੈਗਾ। ਦੇਖੋ ਕੀ ਜੀ, ਸੁਨੇਹਾ ਦਿਓਗੇ ਤੁਸੀਂ? ਆਮ ਲੋਕਾਂ 'ਚ ਫੁੱਟ ਕੋਈ ਨਹੀਂ। ਸਿੱਖ ਫੈਮਲੀਆਂ, ਹਿੰਦੂ ਫੈਮਲੀਆਂ ਸਾਂਝੇ ਤੌਰ ਤੇ ਪੈਂਦੀਆਂ ਨੇ, ਫੁੱਟ ਹੈ ਰਾਜਨੀਤਿਕਾਂ 'ਚ। ਹਾਂ, ਇਹਦਾ ਇੱਕ ਕਾਰਨ ਹੋ ਸਕਦਾ, ਮੈਂ ਆਮ ਹਰ ਇੱਕ ਹਿੰਦੂ ਭਰਾ ਨੂੰ ਬੇਨਤੀ ਕਰਾਂਗਾ, ਜਿਵੇਂ ਉਹਨਾਂ ਦੇ ਘਰ ਤਕਲੀਫ ਹੋਵੇ ਤੇ ਸਿੱਖ ਘਰੋਂ ਪੁੱਛਣ ਨਹੀਂ ਜਾਂਦੇ। ਅਸੀਂ ਹਾਂ ਦਾ ਨਾਅਰਾ ਮਾਰੀਏ ਚਾਹੇ ਨਾ ਮਾਰੀਏ, ਪਰ 1947 ਤੋਂ ਲੈ ਕੇ ਅੱਜ ਤੱਕ ਕਿਸੇ ਹਿੰਦੂ ਭਰਾ ਨੇ ਹਾਂ ਦਾ ਨਾਅਰਾ ਨਹੀਂ ਮਾਰਿਆ। ਜਦ ਕਿ ਅੱਜ ਵੀ ਕਿਤੇ ਹਿੰਦੂਆਂ ਨਾਲ ਧੱਕਾ ਹੁੰਦਾ ਹੋਵੇ ਤੇ ਸਿੱਖ ਮਗਰ ਜਾ ਕੇ ਖਲੋ ਜਾਂਦੇ ਨੇ ਵੀ ਇਹ ਸਾਡੇ ਗਵਾਂਢੀ ਨੇ, ਅਸੀਂ ਇਹਨਾਂ ਨਾਲ ਧੱਕਾ ਨਹੀਂ ਹੋਣ ਦੇਣਾ। ਮੈਂ ਬੇਨਤੀ ਕਰਦਾ ਵੀ ਭਰਾਵੋ, ਰਾਜਨੀਤਿਕ ਲੋਕਾਂ ਨੂੰ ਇਸ ਫੁੱਟ ਦਾ ਫਾਇਦਾ ਨਾ ਚੁੱਕਣ ਦੇਵੋ। ਆਓ ਰਲ ਮਿਲ ਕੇ ਅਸੀਂ ਇੱਕ ਦੂਜੇ ਦੇ ਸਾਂਝੀ ਹਾਂ, ਦੁੱਖ ਸੁੱਖ ਦੇ ਸਾਂਝੀ ਹਾਂ, ਇਕੱਠੇ ਹੋ ਕੇ। ਇਹ ਰਾਜਨੀਤਿਕਾਂ ਦੇ ਵਾਸਤੇ ਨਹੀਂ, ਇਹ ਸਾਡੀ ਆਮ ਜਨਤਾ ਦੇ ਵਾਸਤੇ ਗੱਲ। ਇਸ ਫੁੱਟ ਨੂੰ ਆਪਾਂ ਦੂਰ ਕਰ ਸਕਦੇ ਹਾਂ ਤੇ ਬੜੇ ਸੁਚੱਜੇ ਢੰਗ ਨਾਲ ਗੁਰਬਾਣੀ ਦੇ ਚਾਨਣ ਚਾਹੋ। ਗੁਰੂਦੇਵ ਸਤਿਗੁਰੂ ਸਾਹਿਬ ਕਿਰਪਾ ਕਰਨ, ਸਾਰਿਆਂ ਦਾ ਭਲਾ ਕਰਨ। ਸਾਡਾ ਤੇ ਅਰਦਾਸ ਹੀ ਇਹੋ ਆ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੀ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਾਂਝੀ ਭਾਈ ਨਵਤੇਜ ਸਿੰਘ ਦਮਦਮੀ ਟਕਸਾਲ ਤੋਂ ਤਾਂ ਬਹੁਤ ਸੋਹਣੀਆਂ ਗੱਲਾਂ ਸਿੱਖੀ ਸਿਧਾਂਤ ਬਾਰੇ ਦੱਸੀਆਂ ਨੇ। ਤਾਂ ਬਹੁਤ ਸੋਹਣੀ ਗੱਲ ਕਹੀ ਹੈ, ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਕਿ ਫੁੱਟ ਪਾਈ ਜਾਂਦੇ ਆ। ਕਹਿੰਦੇ ਚਾਹੇ ਸਿੱਖ ਹੋਵੇ, ਚਾਹੇ ਹਿੰਦੂ ਹੋਵੇ, ਚਾਹੇ ਮੁਸਲਮਾਨ ਹੋਵੇ, ਸਾਰੇ ਵੀਰ ਭਰਾ ਹੈਗੇ ਨੇ। ਫੁੱਟ ਕੌਣ ਪਾਉਂਦਾ ਹੈ? ਫੁੱਟ ਰਾਜਨੀਤਿਕ ਲੋਕ ਪਾਉਂਦੇ ਨੇ, ਸਿਆਸੀ ਲੀਡਰ ਪਾਉਂਦੇ। ਤਾਂ ਕਿਤੇ ਨਾ ਕਿਤੇ ਇਹ ਵੀ ਅਪੀਲ ਕਰ ਰਹੇ ਨੇ ਕਿ ਸਿਆਸੀ ਲੀਡਰ ਹੈਗੇ ਨੇ ਜਿਹੜੇ ਫੁੱਟ ਨਾ ਪਾਉਣ ਤੇ ਭਾਈਚਾਰਕ ਸਾਂਝ ਜਿਹੜੀ ਬਣੀ ਰਹੇ। ਜੇਕਰ ਭਾਈਚਾਰਕ ਸਾਂਝ ਬਣੀ ਰਹੇਗੀ, ਸਾਡਾ ਪੰਜਾਬ ਖੁਸ਼ਹਾਲ ਰਹੇਗਾ, ਸਾਡਾ ਦੇਸ਼ ਖੁਸ਼ਹਾਲ ਰਹੇਗਾ। ਕੈਮਰਾਮੈਨ ਸੁਨੀਲ ਦੇ ਨਾਲ ਕਮਲ।